सुन रहे हो रेडियो इंडिया AM 1110 प्रोग्राम लोक तत्त लैके अमरजीत चीमा तुहाडी अदालत विच पेश हो गया जी। अज एक खास मसले ते गलबात करनी चाहांगे। श्री विनोद चुंबर साडे स्टूडियो विच ने। ये चेयरमैन ने श्री गुरु रविदास सभा बे एरिया कैलीफोर्निया तो। श्री विनोद जी अज तुहाडा रेडियो इंडिया AM 1110 दे स्टूडियो विच भरपूर स्वागत। नमस्कार, सत श्री अकाल। रेडियो इंडिया ਦੇ ਸੁਣਦੇ ਹੋਏ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਿਨੋਦ ਜੀ, ਤੁਸੀਂ ਸਮਾਜਿਕ ਖੇਤਰ ਦੇ ਵਿੱਚ ਤੁਸੀਂ ਬਹੁਤ ਨਾਮਣਾ ਖੱਟਿਆ, ਬੜੇ ਫੇਮਸ ਹੋ ਇਸ ਇਲਾਕੇ ਦੇ ਵਿੱਚ। ਪਹਿਲਾਂ ਵੀ ਸਾਡੇ ਨਾਲ ਤੁਹਾਡਾ ਸੰਪਰਕ ਬਣਿਆ ਸੀ ਔਰ ਅਸੀਂ ਇੱਕ ਖਾਸ ਵਿਸ਼ੇ ਤੇ ਗੱਲ ਕੀਤੀ ਸੀ। ਤੁਸੀਂ ਸ੍ਰੀ ਗੁਰੂ ਰਵਿਦਾਸ ਸਭਾ ਦੇ ਚੇਅਰਮੈਨ ਹੋ। ਤੁਸੀਂ ਖਾਸ ਕਰ ਪੰਜਾਬ ਤੋਂ ਆਇਆ, ਭਾਰਤ ਤੋਂ ਆਇਆ ਦਲਿਤ ਭਾਈਚਾਰਾ, ਉਹਨਾਂ ਦੇ ਹੱਕ ਹਕੂਕਾਂ ਦੀ ਲੜਾਈ ਲੜ ਰਹੇ ਹੋ। ਪਹਿਲਾ ਹੀ ਸਵਾਲ ਮੇਰਾ ਇਹ ਹੋਵੇਗਾ ਕਿ ਤੁਸੀਂ ਇਸ ਖੇਤਰ ਵਿੱਚ ਕਿਵੇਂ ਆ ਗਏ? ਕਿ ਤੁਸੀਂ ਸ਼ੁਰੂਆਤ ਚੋਂ ਹੀ ਇਸ ਖੇਤਰ 'ਚ ਸੀ? ਭਾਰਤ ਵਿੱਚ ਵੀ ਤੁਸੀਂ ਐਕਟਿਵਿਸਟ ਸੀ? ਇੱਥੇ ਆ ਕੇ ਇਹਨਾਂ ਐਕਟੀਵਿਟੀਆਂ 'ਚ ਤੁਸੀਂ ਪਾਰਟਿਸਿਪੇਟ ਕਰਨ ਦਾ ਇਰਾਦਾ ਕਿਉਂ ਬਣਾਇਆ? ਇਸ ਤਰ੍ਹਾਂ ਕਿ ਕੁਝ ਚੀਜ਼ਾਂ ਤੁਸੀਂ ਆਪਣੀ ਲਾਈਫ ਦੇ ਏਜ ਦੇ ਹਿਸਾਬ ਨਾਲ ਆਪਣੇ ਜਦੋਂ ਤੁਸੀਂ ਲਾਈਫ 'ਚ ਕਿੰਨਾ ਸੈਟਲ ਹੋ ਜਾਂਦੇ ਹੋ, ਕਿੰਨਾ ਟਾਈਮ ਤੁਸੀਂ ਕਮਿਊਨਿਟੀ ਨੂੰ ਦੇ ਸਕਦੇ ਹੋ, ਉਸ ਤਰੀਕੇ ਨਾਲ ਆਉਂਦੀਆਂ ਹਨ। ਇੰਡੀਆ ਤੋਂ 30 ਸਾਲ ਪਹਿਲਾਂ ਇੱਥੇ USA ਆ ਗਏ ਔਰ ਉਸ ਤੋਂ ਬਾਅਦ ਜੋ ਇੱਥੇ ਆਪਣੇ ਕੈਲੀਫੋਰਨੀਆ ਵਿੱਚ ਗੁਰੂ ਘਰ ਬਣੇ ਹੋਏ ਹਨ ਔਰ ਵੈਲ ਆਰਗੇਨਾਈਜ਼ ਔਰ ਬੜੇ ਵਧੀਆ ਤਰੀਕੇ ਨਾਲ ਚੱਲਦੇ ਹਨ ਸ਼੍ਰੀ ਗੁਰੂ ਰਵਿਦਾਸ ਸਭਾਵਾਂ। ਔਰ ਉਹਦੇ ਵਿੱਚ ਮੈਂ 2000 ਤੋਂ ਕੰਟੀਨਿਊ ਸੇਵਾ ਕਰਦੇ ਆ ਰਹੇ ਹਾਂ ਕਮਿਊਨਿਟੀ ਦੇ ਕੰਮ ਵਿੱਚ। ਜਿਸ ਤਰ੍ਹਾਂ ਕਿ ਅਸੀਂ ਗੁਰੂ ਘਰ ਦੀ ਸੇਵਾ ਕਰਦੇ ਨਾਲ ਹੀ ਅਸੀਂ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦੇ ਮਿਸ਼ਨ ਤੇ ਕੰਟੀਨਿਊ ਕੰਮ ਕਰਦੇ ਆ ਰਹੇ ਹਾਂ। ਔਰ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ, ਕੋਈ ਅਟਰੋਸਿਟੀਜ਼ ਹੁੰਦੀਆਂ ਹਨ, ਜਿਵੇਂ ਕਿ ਅਸੀਂ ਇਹਨਾਂ ਕੰਟਰੀ 'ਚ ਰਹਿੰਦੇ ਹਾਂ ਜਿੱਥੇ ਕਿ ਬਰਾਬਰਤਾ ਜਿਹੜੀ ਹੈਗੀ ਆ ਉਹ ਸਾਰਿਆਂ ਨੂੰ ਦਿੱਤੀ ਜਾਂਦੀ ਹੈ। ਜਿੱਥੇ ਕਿਤੇ ਕੋਈ ਕਮੀਆਂ ਰਹਿੰਦੀਆਂ ਹਨ ਉਸ ਬਾਰੇ ਹਰ ਤਰ੍ਹਾਂ ਦੀ ਆਵਾਜ਼ ਉਠਾਈ ਜਾਂਦੀ ਹੈ ਕਿ ਇਹ ਕਿਸੇ ਨਾਲ ਕੋਈ ਧੱਕਾ ਹੋ ਰਿਹਾ ਹੈ ਜਾਂ ਫਿਰ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਔਰ ਇਸ ਚੀਜ਼ ਨੂੰ ਦੇਖਦਿਆਂ ਹੋਇਆ, ਇੱਥੇ ਦੇ ਰੂਲ ਐਂਡ ਰੈਗੂਲੇਸ਼ਨ ਔਰ ਲਾ ਆਫ ਲੈਂਡ ਨੂੰ ਦੇਖਦੇ ਹੋਇਆ ਇੱਕ ਬੰਦੇ ਨੂੰ ਇੱਕ ਲਰਨਿੰਗ ਪ੍ਰੋਸੈਸ ਵੀ ਹੁੰਦਾ ਹੈ ਔਰ ਦੂਸਰਾ ਇੱਕ ਬੰਦੇ ਨੂੰ ਹਮੇਸ਼ਾ ਇੱਕ ਤੁਸੀਂ ਦੇਖਦੇ ਆ ਵੀ ਇਨਸਾਨੀਅਤ ਦੀ ਕੀ ਵੈਲਿਊ ਹੈ ਔਰ ਕਿਸ ਤਰ੍ਹਾਂ ਹਰ ਇੱਕ ਬੰਦੇ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਔਰ ਹਰ ਇੱਕ ਬੰਦੇ ਨੂੰ ਕਿਸ ਤਰ੍ਹਾਂ ਉਹਦੀ ਜਿਹੜੀ ਹਿਫਾਜ਼ਤ ਹੋਣੀ ਚਾਹੀਦੀ ਹੈ। ਗੌਰਮੈਂਟਾਂ ਵੀ ਸਰਕਾਰਾਂ ਵੀ ਕਰਦੀਆਂ ਹਨ ਔਰ ਬੰਦੇ ਵੀ ਲਰਨ ਕਰਦੇ ਹਨ ਕਿ ਇਨਸਾਨੀਅਤ ਦੀ ਕੀ ਵੈਲਿਊ ਹੈ, ਜਿਹੜੀ ਕਿ ਆਮ ਆਪਾਂ ਇੰਡੀਆ ਵਿੱਚ ਇਸ ਤਰ੍ਹਾਂ ਦੀ ਨਹੀਂ ਪਾਈ ਜਾਂਦੀ। ਪਰ ਇਹ ਜਦੋਂ ਇਦਾਂ ਦਾ ਕੋਈ ਬਿੱਲ ਆਉਂਦਾ ਹੈ, ਇਹਨੂੰ ਇਹ ਕਿਹਾ ਜਾ ਰਿਹਾ ਸੀ, ਮੈਂ ਕਿਸੇ ਸੋਸ਼ਲ ਮੀਡੀਆ 'ਚ ਦੇਖਿਆ ਸੀ, ਇਹ ਐਂਟੀ ਹਿੰਦੂ ਕਾਸਟ ਬਿੱਲ ਹੈ। ਮੈਨੂੰ ਨਹੀਂ ਸਮਝ ਆਇਆ। ਬਿਹਤਰ ਹੋਏਗਾ ਕਿ ਵਿਨੋਦ ਜੀ ਤੁਸੀਂ ਸਮਝਾ ਦਿਓ ਇਹ ਐਂਟੀ ਡਿਸਕ੍ਰਿਮੀਨੇਸ਼ਨ ਲਾ ਹੈ ਜਾਂ ਐਂਟੀ ਹਿੰਦੂ ਬਿੱਲ? ਐਂਟੀ ਹਿੰਦੂ ਬਿੱਲ ਕਿੱਦਾਂ ਹੋ ਗਿਆ? ਹਾਂਜੀ, ਇਹ ਜੋ ਬਿੱਲ ਹੈ SB 403 ਇਹ ਐਂਟੀ ਕਾਸਟ ਡਿਸਕ੍ਰਿਮੀਨੇਸ਼ਨ ਬਿੱਲ ਹੈ। ਇਸ ਦੀ ਨੌਬਤ ਇਸ ਕਰਕੇ ਆਉਣ ਦੀ ਪਈ ਕਿਉਂਕਿ ਕੈਲੀਫੋਰਨੀਆ ਵਿੱਚ ਬਹੁਤ ਸਾਰੇ ਸੈਕਟਰ ਵਿੱਚ ਇਹਦੀ ਜਿਹੜੀਆਂ ਟੈਸਟੀਮਨੀਜ਼ ਮਿਲੀਆਂ, ਪਾਇਆ ਗਿਆ ਵੀ ਇਹ ਲੋਕ ਕੁਛ ਜਿਹੜੇ ਹੈਗੇ ਆ ਜਿਹੜੇ ਆਪਣੇ ਸਾਊਥ ਏਸ਼ੀਆ ਤੋਂ, ਇੰਡੀਆ ਤੋਂ, ਇਹ ਜਿਹੜੀ ਜਾਤ ਪਾਤ ਹੈਗੀ ਆ ਉਹ ਜਿਨ੍ਹਾਂ ਦੇ ਦਿਮਾਗ 'ਚ ਕਦੀ ਵੀ ਨਹੀਂ ਨਿਕਲਦੀ ਔਰ ਇਹ ਸਿਸਟਮ ਬਣ ਚੁੱਕਾ ਹੈ। ਅਨਫੋਰਚੂਨੇਟਲੀ ਦ ਕਾਸਟ ਸਿਸਟਮ ਪ੍ਰੀਟੀ ਮਚ ਇਹ ਬੈਕਬੋਨ ਆਫ ਰਿਲੀਜਨ ਆਫ ਇੰਡੀਆ ਸੋ ਇਸ ਕਰਕੇ ਉਹ ਨਾਲ ਹੀ ਲੈ ਕੇ ਆਉਂਦੇ ਹਨ। ਉਹ ਫਿਰ ਆ ਕੇ ਪ੍ਰੈਕਟੀਕਲੀ ਬੰਦਿਆਂ ਨੂੰ ਡਿਸਕ੍ਰਿਮੀਨੇਟ ਕਰਦੇ ਹਨ ਔਨ ਬੇਸ ਆਫ ਕਾਸਟ। ਕੰਪਨੀਆਂ ਦੇ ਵਿੱਚ ਕਈ ਵਾਰ ਹਾਊਸਿੰਗ ਸੈਕਟਰ ਵਿੱਚ ਹੋ ਜਾਂਦੇ, ਐਜੂਕੇਸ਼ਨ ਵਿੱਚ ਬੱਚਿਆਂ 'ਚ ਸਕੂਲਾਂ 'ਚ ਆ ਜਾਂਦੇ ਹਨ। ਜਦੋਂ ਇਹ ਕਾਸਟ ਜਿਹੜੀ ਹੈਗੀ ਆ ਇਸ ਪ੍ਰੋਬਲਮ ਆਈ ਤਾਂ ਇਹ ਜਿਹੜਾ ਹੈਗਾ ਬਿੱਲ ਹੈ ਇਹਨੂੰ ਜਿਸ ਤਰੀਕੇ ਨਾਲ ਲਿਖਿਆ ਗਿਆ ਸੀਗਾ ਮਾਰਚ ਦੇ ਵਿੱਚ ਔਰ ਕਿਸੇ ਨੂੰ ਵੀ ਇਹ ਬਿੱਲ ਪ੍ਰੋਫਾਈਲ ਨਹੀਂ ਕਰਦਾ, ਕਿਸੇ ਵੀ ਕਮਿਊਨਿਟੀ ਦੇ, ਕਿਸੇ ਵੀ ਕਾਸਟ ਦੇ ਔਰ ਕਿਸੇ ਵੀ ਰਿਲੀਜਨ ਦੇ ਖਿਲਾਫ ਨਹੀਂ ਗਾ। ਇਹ ਤਾਂ ਇੱਕ ਸਿਰਫ ਬਰਾਬਰਤਾ ਲਿਆਉਣ ਦਾ ਬਿੱਲ ਹੈ ਵੀ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਕਾਸਟ ਡਿਸਕ੍ਰਿਮੀਨੇਸ਼ਨ ਨਾ ਹੋਵੇ। ਅਨਫੋਰਚੂਨੇਟਲੀ ਆਪਣੇ ਇੰਡੀਆ ਦੇ ਵਿੱਚ ਕਾਸਟ ਜਿਹੜੀ ਹੈਗੀ ਉਹ ਸਿਰਫ ਇੱਕੋ ਧਰਮ 'ਚ ਨਹੀਂ ਹੈਗੀ, ਉਹ ਹਿੰਦੂਆਂ ਵਿੱਚ ਵੀ ਹੈ, ਸਿੱਖਾਂ ਵਿੱਚ ਵੀ ਹੈ, ਮੁਸਲਿਮ ਵਿੱਚ ਵੀ ਹੈ, ਕ੍ਰਿਸਚਨ ਵਿੱਚ ਵੀ ਹੈ। ਲੇਕਿਨ
ਜੋ ਇੱਕ ਹਾਰਡ ਟੂ ਅੰਡਰਸਟੈਂਡ ਹੈਗਾ, ਇੱਕ ਜਿਹੜੇ ਕੰਟਰੀ 'ਚ ਅਸੀਂ ਰਹਿੰਦੇ ਹਾਂ, ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਦੂਸਰੇ ਇਨਸਾਨ ਨੂੰ ਉਹਦਾ ਬਰਾਬਰ ਦਾ ਅਧਿਕਾਰ ਮਿਲ ਸਕੇ, ਉਹਨੂੰ ਕੋਈ ਉਸ ਤਰੀਕੇ ਨਾਲ ਡਿਸਕ੍ਰਿਮੀਨੇਟ ਨਹੀਂ ਕਰ ਰਹੇ। ਇੱਕ ਸਿਰਫ ਹਿੰਦੂ ਕਮਿਊਨਿਟੀ ਦੇ ਸਰਟਨ ਲੋਕ ਹੀ, ਸਾਰੀ ਹਿੰਦੂ ਕਮਿਊਨਿਟੀ ਨਹੀਂ, ਸਾਰੇ ਲੋਕ ਨਹੀਂ ਉਸ ਤਰੀਕੇ ਨਾਲ ਸੋਚਦੇ, ਇੱਕ ਸਰਟਨ ਗਰੁੱਪ ਦੇ ਪੀਪਲ ਹੀ ਇਸ ਬਿੱਲ ਦੇ ਖਿਲਾਫ ਹਨ। ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਇਹ ਸਾਡੇ ਇੰਡੀਆ ਤੇ ਸਾਡੇ ਉੱਤੇ ਹਿੰਦੂ ਤੇ ਅਟੈਕ ਕੀਤਾ ਜਾ ਰਿਹਾ। ਇਹ ਬਾਤ ਟੋਟਲੀ ਰੋਂਗ ਹੈ। ਇਹਦੇ 'ਚ ਕੁਝ ਵੀ ਇਦਾਂ ਦਾ ਸਿੰਗਲ ਵਰਡ ਵੀ ਨਹੀਂਗਾ ਜਿਹੜਾ ਵਿੱਚ ਹਿੰਦੂਆਂ ਨੂੰ ਤੁਸੀਂ ਕਹਿ ਸਕੋ ਵੀ ਉਹ ਇਹਦੇ ਵਿੱਚ ਹੈ, ਜਿਸ ਦਾ ਕਾਰਨ ਹੈ ਕਿ ਇਹ ਜਿਹੜਾ ਬਿੱਲ ਹੈ ਉਹ ਬੜੇ ਵਧੀਆ ਤਰੀਕੇ ਨਾਲ ਕਾਫੀ ਕਮਿਊਨਿਟੀਆਂ ਤੋਂ ਆਊਟ ਆਫ ਜਿਹੜੀਆਂ ਹੈਗੀਆਂ ਡਿਫਰੈਂਟ ਕਾਸਟ ਦੀਆਂ ਹੈਗੀਆਂ ਉਹਨਾਂ ਵੱਲੋਂ ਸਪੋਰਟ ਕੀਤਾ ਜਾ ਰਿਹਾ ਹੈ। ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ AM 1110 ਪ੍ਰੋਗਰਾਮ ਲੋਕਦਲ ਚੱਲ ਰਿਹਾ। ਸਾਡੇ ਸਟੂਡੀਓ ਦੇ ਵਿੱਚ ਖਾਸ ਮਹਿਮਾਨ ਵਿਨੋਦ ਚੁੰਬਰ ਜੀ ਨੇ ਜੀ, ਚੇਅਰਮੈਨ ਨੇ ਸ੍ਰੀ ਗੁਰੂ ਰਵਿਦਾਸ ਸਭਾ ਬੇ ਏਰੀਆ ਤੋਂ। ਖਾਸ ਕਰ ਇਹ ਜਿਹੜਾ ਬਿੱਲ ਇੰਟਰੋਡਿਊਸ ਕੀਤਾ ਹੈ, ਜਿਹੜਾ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਇਲੀਗਲ ਕਰ ਦੇਗਾ ਕੈਲੀਫੋਰਨੀਆ ਦੇ ਵਿੱਚ, ਔਰ ਇਹ ਅੱਗੇ ਵੀ ਕੰਮ ਵਧੇਗਾ। ਇਹਦੇ ਬਾਰੇ ਕੋਈ ਐਸ ਕੌਰ ਹੈ, ਉਹਦਾ ਨਾਮ ਦਿੱਤਾ ਹੈ, BBC ਵਾਲਿਆਂ ਨੇ ਕਵਰੇਜ ਕੀਤੀ ਸੀ ਤੁਹਾਡੀ ਇਸ ਸਾਰੇ ਅਭਿਆਨ ਦੀ। ਉਹ ਕੈਲੀਫੋਰਨੀਆ 'ਚ ਇੱਕ ਹਸਪਤਾਲ 'ਚ ਨਰਸ ਹੈ। ਉਹ ਕਹਿੰਦੀ ਮੈਂ ਬਹੁਤ ਜ਼ਿਆਦਾ ਕੰਮ ਕਰਦੀ ਹਾਂ, ਟਾਇਰਿੰਗ ਆਵਰਸ, ਲੌਂਗ ਆਵਰਸ, ਪੇਸ਼ੈਂਟ ਨੂੰ ਸਰਵ ਕਰਦੀ ਹੈ। ਉਹ ਕਹਿੰਦੀ ਹੈ ਕਿ ਜਦੋਂ ਬ੍ਰੇਕ ਦਾ ਟਾਈਮ ਹੁੰਦਾ ਹੈ ਹਾਲਾਤ ਬੜੇ ਖਰਾਬ ਹੋ ਜਾਂਦੇ ਨੇ। ਉਹ ਦਲਿਤ ਭਾਈਚਾਰੇ 'ਚ ਹੈ। BBC ਵਾਲੇ ਕਹਿੰਦੇ ਨੇ ਕਿ ਭਾਰਤ ਵਿੱਚ ਉਹਨਾਂ ਨੂੰ ਡੀਪਲੀ ਉਹਨਾਂ ਤੇ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ, ਉਹਨਾਂ ਨੂੰ ਬਾਟਮ ਤੇ ਰੱਖਿਆ ਜਾਂਦਾ। ਉਹ ਕਹਿੰਦੀ ਉਹਨੂੰ ਆਪਣੇ ਜਿਹੜੇ ਨਾਲ ਦੇ ਸਾਊਥ ਏਸ਼ੀਅਨ ਕੁਲੀਗ ਨੇ ਉਹਨਾਂ ਤੋਂ ਬਹੁਤ ਸਾਰੇ ਕਾਸਟਿਸਟ ਇਨਸਲਟ ਵਾਲੇ ਚੀਜ਼ਾਂ ਮੂੰਹ ਤੇ ਫੇਸ ਹੁੰਦੀਆਂ ਨੇ। ਇਹ ਸੱਚੀ ਅੱਜ ਕੱਲ੍ਹ ਦੇ ਜ਼ਮਾਨੇ ਉਹ ਵੀ ਅਮਰੀਕਾ ਵਰਗੇ ਔਰ ਖਾਸ ਕਰ ਕੈਲੀਫੋਰਨੀਆ 'ਚ ਇਦਾਂ ਹੋ ਸਕਦਾ? ਦੇਖੋ, ਜਿਸ ਤਰ੍ਹਾਂ ਕਿ ਆਪਾਂ ਗਰੋ ਅਪ ਸਾਰੇ ਇੰਡੀਆ 'ਚ ਹੋਏ ਹਾਂ, ਇਹ ਬੜੀ ਕਾਮਨ ਗੱਲ ਹੈ। ਜਿਹੜੀ ਕੁਝ ਕਮਿਊਨਿਟੀ ਜਿਹੜੇ ਜਿਸ ਤਰ੍ਹਾਂ ਕਿ ਆਪਾਂ ਹੁਣ ਇੱਥੇ ਚਾਹੇ ਕੈਨੇਡਾ 'ਚ ਆ ਗਏ ਚਾਹੇ ਅਮਰੀਕਾ 'ਚ ਆ ਗਏ ਹਾਂ, ਜਿਹੜੀ ਜਾਤ ਪਾਤ ਦੀ ਜਿਹੜੀ ਸਾਡੀ ਕੋਸ਼ਿਸ਼, ਜਿਹੜੀ ਇੱਕ ਸਾਡੇ ਜੀਨਸ ਵਿੱਚ, ਜਿਹੜੇ ਸਾਡੇ ਮਾਈਂਡ ਵਿੱਚ ਜਾਂ ਦੂਜੇ ਨੂੰ ਆਪਣਾ ਇਨਫੀਰੀਅਰ ਸ਼ੋ ਕਰਨਾ, ਉਹ ਅਸੀਂ ਕਦੀ ਵੀ ਅਸੀਂ ਆਪਣੇ ਬਾਡੀ 'ਚੋਂ, ਆਪਣੇ ਦਿਮਾਗ 'ਚੋਂ ਨਹੀਂ ਕੱਢ ਸਕਦੇ। ਜਿਹੜਾ ਇੱਕ ਬੰਦਾ ਡੋਮੀਨੈਂਟ ਹੈਗਾ, ਅਪਰ ਕਾਸਟ ਹੈਗਾ ਆ, ਉਹਦੇ ਵਿੱਚ ਪੁਰਾਣਾ ਜੋ ਸੈਟਅਪ ਚੱਲਦਾ ਆ ਰਿਹਾ ਉਹ ਉੱਦਾਂ ਹੀ ਉਹਦੀ ਪ੍ਰੈਕਟਿਸ ਕੀਤੀ ਜਾ ਰਹੀ ਹੈ। ਅਗਰ ਹੋ ਸਕਦਾ ਥੋੜਾ ਬਹੁਤ ਚੇਂਜ ਹੋਵੇ, ਲੇਕਿਨ ਐਟ ਸਮ ਪੁਆਇੰਟ ਸਰਟਨ ਏਰੀਆ 'ਚ, ਸਰਟਨ ਟਾਈਮ 'ਚ ਇਸ ਤਰ੍ਹਾਂ ਉਹ ਆਪਣਾ ਆਪ ਦਿਖਾਉਂਦੇ ਆ ਵੀ ਨਹੀਂ ਅਸੀਂ ਆ ਤੇ ਸਾਡੀ ਬੜੀ ਮਚ ਕਹਿ ਲਾ ਵੀ ਬੁਲਿੰਗ ਕਰਦੇ ਹੈ। ਇਹ ਬੜੀ ਕਾਮਨ ਜੀ ਹੈਗੀ ਆ। ਲੇਕਿਨ ਪ੍ਰੋਬਲਮ ਇਹ ਹੈਗੀ ਆ ਵੀ ਇਹ ਸਦੀਆਂ ਤੋਂ ਚੱਲਦੀ ਹੋਈ ਇਸ ਕਾਸਟ ਜਿਹੜੀ ਹੈਗੀ ਹੈ ਇੱਕ ਅਗਲੀ ਡਿਜ਼ੀਜ਼ ਨੂੰ ਕੁਝ ਜਿਹੜੇ ਛੋਟੀ ਜਾਤ ਦੇ ਲੋਕ ਆ ਉਹਨਾਂ ਨੇ ਆਪਣਾ ਇੱਕ ਲਾਈਫ ਦਾ ਪਾਰਟ ਸਮਝ ਕੇ ਇਹਨੂੰ ਐਕਸੈਪਟ ਕਰ ਲਿਆ ਹੈ। ਇੱਕ ਐਜੂਕੇਸ਼ਨ ਜਿਹੜੀ ਹੈਗੀ ਆ ਉਹ ਇੰਨੀ ਜ਼ਿਆਦਾ ਹਾਲੇ ਤੱਕ ਨਹੀਂ ਹੋ ਸਕੀ ਤਾਂ ਜੋ ਕਿ ਉਹ ਬੰਦੇ ਪੜ੍ਹ ਲਿਖ ਕੇ ਇੰਨੇ ਕੌਨਫੀਡੈਂਸ ਹੋਣ, ਦੱਸ ਸਕਣ ਕਿਸੇ ਦੂਜਾ ਬੰਦਾ ਜਿਹੜਾ ਕਰਦਾ ਹੈਗਾ ਵੀ ਤੇਰੇ ਤੇ ਮੇਰੇ 'ਚ ਕੋਈ ਫਰਕ ਨਹੀਂ। ਔਰ ਜੇ ਇੰਟੈਲੈਕਚੁਅਲ ਵੀ ਗੱਲ ਕਰਨੀ ਹੋਵੇ, ਕੋਈ ਡਿਬੇਟ ਵੀ ਕਰਨੀ ਹੋਵੇ, ਤੇ ਆਈ ਥਿੰਕ ਦ ਪੀਪਲ ਹੂ ਆਰ ਐਜੂਕੇਟਡ ਇਨਫ ਟੂ ਡਿਬੇਟ ਸਮਬody, they can show them the mirror and there is no difference between anybody. All blood is same and our bodies are same. ਬਿਲਕੁਲ। ਪਰ ਖਾਸ ਕਰ ਕਮਿਊਨਿਟੀ ਦੇ ਵਿੱਚ, ਖਾਸ ਕਰ ਮੈਂ ਤਾਂ ਬੇ ਏਰੀਆ ਵੀ ਦੇਖ ਲਾਂ, ਇੱਥੇ ਵੀ ਦੇਖ ਲਾਂ, ਇੱਥੇ ਹਿੰਦੂ ਭਾਈਚਾਰੇ ਦੇ ਨਾਲ ਸਿੱਖ ਭਾਈਚਾਰਾ ਵੀ ਬਹੁਤ ਤਾਦਾਦ 'ਚ। ਠੀਕ ਹੈ, ਪੂਰੀ ਤਰ੍ਹਾਂ ਪ੍ਰੈਕਟਿਸਿੰਗ ਸਿੱਖ ਨਾ ਵੀ ਹੋਣ, ਉਹਨਾਂ ਨੇ ਆਪਣੇ ਸਾਬਤ ਸੂਰਤ ਵੀ ਨਾ ਹੋਣ। ਇਹ ਗੱਲਾਂ ਮੈਨੂੰ ਲੱਗਦਾ ਹੈ, ਜਿਹੜਾ ਮੇਰਾ ਆਪਣਾ ਵਿਚਾਰ ਹੈ, ਕਿ ਜਿਹੜੇ ਬਹੁਤ ਪੁਰਾਣੇ ਲੋਕ ਆਏ ਉਹਨਾਂ 'ਚ ਜ਼ਿਆਦਾ ਹੋਣਗੀਆਂ, ਨਵਿਆਂ 'ਚ ਇਹ ਗੱਲ ਨਹੀਂ ਹੋਏਗੀ। ਦੇਖੋ, ਅਸੀਂ ਜਦੋਂ ਹੁਣ ਇਸ ਬਿੱਲ ਤੇ ਕੰਮ ਕਰ ਰਹੇ ਸੀ ਤਾਂ ਸਾਨੂੰ ਆਪਣੇ ਪੂਰੇ ਅਤੇ ਬਿੱਲ ਦੇ ਦੌਰਾਨ, ਇਸ ਨੂੰ 4 ਮਹੀਨੇ ਹੋਏ ਚੱਲਦੇ ਨੂੰ, ਸਾਨੂੰ ਆਪਣਾ ਪੰਜਾਬੀ ਭਾਈਚਾਰਾ ਸਾਡੇ ਅਗੇਂਸਟ ਖੜਾ ਹੋਇਆ ਕੋਈ ਬੰਦਾ ਨਹੀਂ ਮਿਲਿਆ। ਉਹੀ ਬੰਦਾ ਕੋਈ ਪੰਜਾਬੀ ਭਾਈਚਾਰੇ ਦਾ ਬੰਦਾ ਕੋਈ ਮਿਲਿਆ ਜਿਹੜਾ ਕਿ ਇੱਦਾਂ ਦੀ ਇੱਕ ਸਰਟਨ ਆਰਗੇਨਾਈਜੇਸ਼ਨ ਨੂੰ, ਜਿੱਦਾਂ ਹਿੰਦੂ ਜਿਹੜੀ ਅਮਰੀਕਨ ਫਾਊਂਡੇਸ਼ਨ ਹੈ, ਕੋਹਨਾ ਹੈ, ਦੋ ਹੋਰ ਜਿਹੜੇ ਇੱਦਾਂ ਦੀਆਂ ਆਰਗੇਨਾਈਜੇਸ਼ਨਾਂ ਰਿਲੇਟਡ ਆ, ਜਿਹੜੇ ਕਿ ਪੂਰੇ ਲੀਡ ਕਰਦੇ ਹੈਗੇ ਆ ਇੱਕ ਸਰਟਨ ਮਿਸ਼ਨ ਨੂੰ, ਸਰਟਨ ਇਲੀਗਲ ਮਿਸ਼ਨ ਨੂੰ, ਜਿਹੜਾ ਕਿ ਅਮਾਨਤਵਾਦ ਦੇ ਬਿਲਕੁਲ ਅਗੇਂਸਟ ਆ
ਉਹਨੂੰ ਲੀਡ ਕਰਦੇ ਆ, ਸਿਰ ਉਹੀ ਸਾਨੂੰ ਬੰਦੇ ਉੱਥੇ ਮਿਲਦੇ ਆ। ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਕੁਝ ਗਰੁੱਪਿਜ਼ਮ ਹੈਗੇ ਆ ਜਿਹੜੇ ਉਹ ਜਿੱਦਾਂ ਸੰਗੀਜ਼ ਕਹਿ ਲਓ, ਸੌਰੀ ਟੂ ਸੇ, ਸਾਨੂੰ ਟਿਪੀਕਲੀ ਉਹ ਬੰਦੇ ਮਿਲੇ ਇਸ ਬਿੱਲ ਦੇ ਖਿਲਾਫ। ਅਦਰਵਾਈਜ਼ ਸਾਨੂੰ ਕੋਈ ਵੀ ਆਪਣੇ ਪੰਜਾਬੀ ਭਾਈਚਾਰੇ ਜਿਹੜੇ ਜਿਨ੍ਹਾਂ ਨਾਲ ਸਾਡਾ ਬਹਿਣਾ ਉੱਠਣਾ ਹੈ, ਜਿਹੜੇ ਸਾਡੇ ਗੁਰੂ ਘਰਾਂ ਸਾਡੇ ਆਉਂਦੇ ਹਨ, ਸਾਨੂੰ ਮਿਲਦੇ ਹਨ, ਉਹ ਸਾਨੂੰ ਇਸ ਗੱਲ ਦੇ ਖਿਲਾਫ ਨਹੀਂ ਮਿਲੇ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਇਹ ਹੁੰਦੀ ਹੈ ਔਰ ਇਹ ਹੋਣੀ ਨਹੀਂ ਚਾਹੀਦੀ। ਇਸ ਕਰਕੇ ਉਹ ਸਪੋਰਟਿਵ ਹਨ। ਸਾਡੇ ਨਾਲ ਹਿੰਦੂ ਆਰਗੇਨਾਈਜੇਸ਼ਨ ਵੀ ਇਸ ਬਿੱਲ ਨੂੰ ਸਪੋਰਟ ਕਰ ਰਹੀ ਹੈਗੀ, ਐਂਟੀ ਕਾਸਟ ਡਿਸਕ੍ਰਿਮੀਨੇਸ਼ਨ ਬਿੱਲ ਨੂੰ। ਭਾਰਤ ਵਿੱਚ RSS ਦਾ ਹੀ ਰਾਜ ਹੈ, ਇਹ 'ਚ ਕੋਈ ਸ਼ੱਕ ਨਹੀਂ, ਉਹਨਾਂ ਦੇ ਹੀ ਫਾਲੋਅਰ ਰਾਜ ਕਰ ਰਹੇ ਨੇ, ਪਰ ਉੱਥੇ ਤਾਂ ਉਹ ਇਦਾਂ ਦਾ ਕੰਮ ਨਹੀਂ ਕਰਦੇ। ਉਹ ਤਾਂ ਦਲਿਤ ਭਾਈਚਾਰੇ ਨੂੰ ਜਿਹੜੀ ਰਿਪਰੈਜ਼ੈਂਟੇਸ਼ਨ ਜਿੰਨੀ ਵੀ ਦੇਣੀ ਹੈ ਉਹ ਵੀ ਦੇਣੀ ਹੈ। ਬਿੱਲ ਵੀ ਕੋਈ ਇਹੋ ਜਿਹਾ ਕਦੇ ਵਿਰੋਧ ਨਹੀਂ ਕਰਦੇ। ਦਲਿਤ ਤੇ ਜਾਂ ST ਉਹਨਾਂ ਨੂੰ ਉੱਚਿਆਂ ਅਹੁਦਿਆਂ ਤੇ ਵੀ ਨਿਵਾਜਦੇ ਨੇ। ਕੀ ਕਾਰਨ ਹੈ? ਓਵਰਸਾਈਜ਼ ਜਦੋਂ ਓਵਰਸੀਜ਼ ਆ ਜਾਂਦੇ ਨੇ, ਵਿਦੇਸ਼ਾਂ 'ਚ ਆ ਜਾਂਦੇ ਨੇ, ਕੀ ਉਹਨਾਂ ਦੀ ਮਾਨਸਿਕਤਾ ਬਦਲ ਜਾਂਦੀ? ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਕਿ ਉਹ ਇਹਨਾਂ ਨੂੰ ਬਰਾਬਰਤਾ ਦਿੰਦੇ ਹਨ, ਕਿਉਂਕਿ ਜੋ ਤੁਸੀਂ ਇਸ ਚੀਜ਼ ਦਾ ਉਹਨਾਂ ਦਾ ਜਿਹੜੀ ਸਕ੍ਰਿਪਟ ਦੇਖਦੇ ਆ ਜਾਂ ਉਹਨਾਂ ਦੀਆਂ ਪਾਲਿਸੀਜ਼ ਦੇਖਦੀਆਂ ਹੈਗੀਆਂ, ਉਹ ਤਾਂ ਇਸ ਤਰ੍ਹਾਂ ਦੀ ਹੈ ਹੀ ਨਹੀਂ। ਆਪਾਂ ਇੰਡੀਆ ਦੀ ਜੇ ਆਪਾਂ ਇੰਡੀਆ ਦੀ ਗੱਲ ਕਰਨਾ ਸ਼ੁਰੂ ਕਰ ਦਈਏ, ਉੱਥੇ ਤਾਂ ਟਨਸ ਆਫ ਕੇਸਿਸ ਹੈਗੇ ਹਨ ਜਿਹੜੇ ਆਪਾਂ ਦੇਖਦੇ ਆ ਵੀ ਅੱਜ ਕੱਲ੍ਹ ਕੀ ਹੋ ਰਿਹਾ ਆ। ਅੱਜ ਕੱਲ੍ਹ ਦੀ ਜਿਹੜੀ ਹੈਗੀ ਆ ਇਕੁਐਲਿਟੀ ਹੈਗੀ ਆ। ਆਪਾਂ ਹੁਣ ਗੱਲ ਕਰ ਲਈਏ ਮਨੀਪੁਰ ਦੀ ਗੱਲ ਕਰ ਲਈਏ, ਜੇ ਅਸੀਂ ਗੱਲ ਕਰ ਰਹੇ ਹੈਗੇ ਵੀ ਇਕੁਐਲਿਟੀ ਹੈਗੀ ਆ, ਤੇ ਕੀ ਕਾਰਨ ਹੋ ਗਿਆ ਕਿ ਪਿਛਲੇ ਆਲਮੋਸਟ ਪ੍ਰੀਟੀ ਮੱਚ 3 ਮਹੀਨੇ ਤੋਂ ਉੱਥੇ ਜੋ ਅਟਰੋਸਿਟੀਜ਼ ਹੋ ਰਹੀਆਂ, ਜੋ ਉੱਥੇ ਕਿਲਿੰਗਸ ਹੋ ਰਹੀਆਂ, ਜਿਹੜੀ ਪਾਰਟੀ ਰੂਲ ਕਰ ਰਹੀ ਹੈ ਇੰਡੀਆ ਦੇ ਵਿੱਚ, ਜਿਹੜੀ ਉਹਨਾਂ ਦੀ ਪਿੱਛੇ ਉਹਨੂੰ ਡਰਾਈਵਿੰਗ ਫੋਰਸਸ ਹੈਗੀਆਂ, ਕੀ ਉਹਨਾਂ ਨੂੰ ਉਹ ਦਿਖਾਈ ਨਹੀਂ ਦਿੰਦਾ? ਕਿ ਉਹਨਾਂ ਨੂੰ ਚਾਹੀਦਾ ਨਹੀਂ ਕਿ ਇਹ ਪਾਰਟ ਆਫ ਇੰਡੀਆ ਹੈ ਤਾਂ ਸਾਡੀ ਡਿਊਟੀ ਹੈਗੀ ਆ, ਇੱਕ ਸਾਡੀ ਲੀਗਲ ਡਿਊਟੀ ਹੈਗੀ ਆ ਕਿ ਅਸੀਂ ਉਹਨਾਂ ਹਰ ਸਿਟੀਜ਼ਨ ਨੂੰ ਇੰਡੀਆ ਦੇ ਨੂੰ ਪ੍ਰੋਟੈਕਟ ਕਰੀਏ। ਔਰ ਉਹ ਆਪਾਂ ਸਾਰਾ ਦੇਖ ਕੇ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਗਾ ਕਿ ਜਿਹੜੀਆਂ ਉਹਨਾਂ ਦੀ ਨੀਤੀਜ਼ ਪਾਲਿਸੀਜ਼ ਹੈਗੀਆਂ ਕਿ ਉਹ SC ST ਨੂੰ ਸਪੋਰਟ ਕਰਦੀਆਂ ਹਨ ਜਾਂ ਕਿ ਕਿਸੇ ਉਹ ਨਾਨ ਬ੍ਰਾਹਮਣਿਕਲ ਔਰ ਦੂਸਰੇ ਬੰਦਿਆਂ ਨੂੰ ਜ਼ਿਆਦਾ ਸਪੋਰਟ ਕਰਦੀਆਂ ਹਨ। ਚਲੋ ਇਹ ਮੰਨ ਲੈਂਦੇ ਆ, ਤੁਹਾਡੇ ਆਪਣੇ ਵਿਚਾਰ ਨੇ, ਹੋ ਸਕਦਾ ਕਿ ਤੁਹਾਨੂੰ ਲੱਗੇ, ਪਰ ਵਿਦੇਸ਼ ਦੇ ਵਿੱਚ ਤੁਸੀਂ ਕਿਹਾ ਠੀਕ ਹੈ ਪੰਜਾਬੀਆਂ ਨੇ ਕਿਤੇ ਵਿਰੋਧ ਨਹੀਂ ਕੀਤਾ, ਉਹ ਠੀਕ ਹੈ ਕਿਸੇ ਪਾਰਟਿਕੂਲਰ ਗਰੁੱਪ ਦੇ ਨਾਲ ਅਟੈਚ ਹੋ ਸਕਦੇ ਨੇ, ਆਪਣੇ ਆਪ ਨੂੰ ਐਕਟਿਵਿਸਟ ਕਹਿ ਸਕਦੇ ਨੇ, ਅਖਬਾਰਾਂ ਦੇ ਵਿੱਚ ਖਬਰਾਂ ਵੀ ਸਾਰੀਆਂ ਛਾਪਣਗੇ, ਨੋ ਡਾਊਟ। ਪਰ ਮੈਂ ਕਈ ਵਾਰੀ ਦੇਖਦਾ ਕਿ ਜਦੋਂ ਪ੍ਰਾਈਵੇਟਲੀ ਉਹ ਟਾਕ ਕਰਦੇ ਨੇ, ਜਿਹੜੇ ਕਈ ਸ਼ਬਦ ਨੇ ਜਾਤੀ ਸੂਚਕ ਸ਼ਬਦ, ਉਹ ਆਪਣੀ ਭਾਸ਼ਾ 'ਚ ਇਸਤੇਮਾਲ ਕਰਦੇ ਨੇ। ਜਨਾਬ ਮੈਂ ਆਪਣੇ ਖੁਦ ਸੁਣਿਆ, ਯੂ ਵਿਲ ਬੀ ਸਰਪ੍ਰਾਈਜ਼, ਮੈਂ ਇੱਥੇ ਖੁਦ ਸੁਣਿਆ, ਔਰ ਇਹ ਮੈਂ ਇੰਡੀਆ 'ਚ ਨਹੀਂ ਸੁਣਿਆ। ਮੈਂ ਇੰਨੇ ਸਾਲ ਸਰਵਿਸ ਕੀਤੀ, ਸਟੂਡੈਂਟ ਵੀ ਰਹੇ ਆ, ਹੋਸਟਲ 'ਚ ਵੀ ਇਕੱਠੇ ਰਹੇ ਆ, ਕਿਤੇ ਇਹ ਤਾਂ ਨਹੀਂ ਕਿ ਜਿੱਥੇ ਅਸੀਂ ਆ ਗਏ ਆ ਇੱਥੇ ਇਲਾਕਾਵਾਦ ਜਾਂ ਆਪਣੀ ਸੁਪਰਮੇਸੀ ਵਿਖਾਉਣ ਦਾ ਇੱਕ ਮੌਕਾ। ਹੁਣ ਜਿੱਦਾਂ ਤੁਸੀਂ ਇਹ ਜਿਹੜੇ ਬਿੱਲ ਲਿਆ ਰਹੇ ਹੋ, ਮੈਨੂੰ ਇੱਕ ਥੋੜਾ ਜਿਹਾ ਖਦਸ਼ਾ ਕਿਤੇ ਇਹ ਤਾਂ ਨਾ ਹੋਏਗਾ ਕਿ ਜਾਤ ਪਾਤ ਦਾ ਜਿਹੜਾ ਡਿਫਰੈਂਸ, ਮੇਰੇ ਵਰਗੇ ਬੰਦੇ ਜਿਹੜੇ ਇਹਨੂੰ ਬਿਲਕੁਲ ਨਹੀਂ ਮੰਨਦੇ, ਕਿਤੇ ਇਹ ਨਾ ਹੋਣ ਕਿ ਉਦਾਂ ਦੀ ਤਾਦਾਦ ਇੱਕ ਵਿਰੋਧ ਵਿੱਚ ਨਾ ਪੈਦਾ ਹੋ ਜਾਏ। ਇਹ ਇਸ ਤਰ੍ਹਾਂ ਕਹਿ ਲਓ ਵੀ ਇਹ ਬਹੁਤ ਨਾ ਮਿਸਲੀਡ ਲੋਕਾਂ ਨੂੰ ਕੀਤਾ ਜਾਂਦਾ ਵੀ ਇਸ ਦੇ ਆਉਣ ਨਾਲ ਜਾਤ ਪਾਤ ਹੋਰ ਵੱਧ ਜਾਏਗੀ। ਇਹ ਬਹੁਤ ਹੀ ਬੈਡ ਇਨਫੋਰਮੇਸ਼ਨ ਜਿਹੜੀ ਹੈਗੀ ਆ ਫੈਲਾਈ ਜਾ ਰਹੀ ਹੈਗੀ ਆ, ਕਿਉਂਕਿ ਆਪਾਂ ਹੁਣ ਜੋ ਦੇਖਦੇ ਹਾਂ ਕਿ ਜਿਹੜੀ ਆਪਣੀ ਪ੍ਰੋਟੈਕਟਡ ਕੈਟਾਗਰੀਜ਼ ਹੈਗੀਆਂ ਹਨ ਆਪਣੀਆਂ ਕੰਪਨੀ ਪਾਲਿਸੀ ਦੇ ਵਿੱਚ, ਜਦੋਂ ਕੰਪਨੀਆਂ ਉਸ ਪਾਲਿਸੀ ਬਾਰੇ ਦੱਸ ਦਿੰਦੀਆਂ ਹਨ ਤੇ ਹਰ ਇੱਕ ਇੰਪਲਾਈਜ਼ ਨੂੰ ਪਤਾ ਹੁੰਦਾ ਕਿ ਮੈਂ ਕਿਸੇ ਨਾਲ ਸੈਕਸ ਦੇ ਆਧਾਰ ਤੇ, ਕਿਸੇ ਨਾਲ ਰਿਲੀਜਨ ਦੇ ਆਧਾਰ ਤੇ, ਕਿਸੇ ਨਾਲ ਕਲਰ ਦੇ ਆਧਾਰ ਤੇ ਮੈਂ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ, ਕਿਉਂਕਿ ਇਹ ਕੰਪਨੀ ਦੀ ਪਾਲਿਸੀ ਹੈ। ਜਦੋਂ ਇੱਕ ਕਾਸਟ ਦੀ ਵੀ ਦੱਸੀ ਜਾਣੀ ਕਿ ਤੁਸੀਂ ਕਿਸੇ ਇੱਕ ਕਾਸਟ ਦੇ ਆਧਾਰ ਤੇ ਵੀ ਕਿਸੇ ਨਾਲ ਡਿਸਕ੍ਰਿਮੀਨੇਟ ਨਹੀਂ ਕਰਨੀ, ਤਾਂ ਇਸ ਚੀਜ਼ ਨੇ ਇੰਨਾ ਡਿਫਰੈਂਸ ਕਰ ਦੇਣਾ ਹੈ ਕਿ ਜਿੱਥੇ ਕੋਈ 100 ਕੇਸਿਸ ਆਏ ਹਨ, ਉਸ ਤੋਂ ਬਾਅਦ ਉਹ ਸਿਰਫ 4-5 ਕੇਸਿਸ ਰਹਿ ਜਾਣਗੇ, ਕਿਉਂਕਿ ਅਵੇਅਰਨੈਸ ਹੋ ਜਾਏਗੀ, ਐਜੂਕੇਸ਼ਨ ਹੋ ਜਾਏਗੀ ਲੋਕਾਂ ਨੂੰ। ਔਰ ਜਿਹੜੀ ਕੰਪਨੀਆਂ 'ਚ ਨਹੀਂ ਪਤਾ ਹੈ, HR ਨੂੰ ਨਹੀਂ ਪਤਾ ਹੈ, ਗੋਰਿਆਂ ਦੀ ਕੰਟਰੀ ਹਨ ਜਿਹਨਾਂ ਨੂੰ ਪਤਾ ਨਹੀਂ ਹੈ ਵੀ ਕਾਸਟ ਕੀ ਹੁੰਦੀ ਹੈ, ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਕਿੱਦਾਂ ਇਸ ਚੀਜ਼ ਨਾਲ ਇਹ ਲੋਕ ਕਿੱਦਾਂ ਸਫਰ ਕਰਦੇ ਹਨ ਜਿਹੜੇ ਆਪਣੇ ਲੋ ਕਾਸਟ ਦੇ ਹਨ ਔਰ ਅਪਰ ਕਾਸਟ ਕਿੱਦਾਂ। ਔਰ ਦੂਜੀ ਗੱਲ ਇਹ ਵੀ ਹੈ, ਜਿਹੜੇ ਕੁਝ ਲੋਕ ਸੋਚਦੇ ਹਨ ਕਿ ਨਹੀਂ ਇਹਨਾਂ ਵੱਧ ਜਾਏਗੀ, ਇਸ ਬਿੱਲ ਨੇ ਇਹ ਇਕੱਲਾ ਸਿਰਫ ਇੱਕ ਲੋ ਕਾਸਟ ਲੋਕਾਂ ਨੂੰ ਨਹੀਂ ਪ੍ਰੋਟੈਕਟ ਕਰਨਾ, ਇਹ ਸੇਮ ਪਾਲਿਸੀ ਜਿਹੜੀ ਅਪਲਾਈ ਹੋਣੀ ਲੋ ਕਾਸਟ ਵਾਲਾ ਬੰਦਾ ਵੀ ਅਪਰ ਕਾਸਟ ਵਾਲੇ ਨੂੰ ਵੀ ਨਹੀਂ ਡਿਸਕ੍ਰਿਮੀਨੇਟ ਕਰ ਸਕਦਾ।
ਜੇ ਕੋਈ ਅਸੀਂ ਜਾਤੀ ਸੋਚੋ ਸ਼ਬਦ ਜਿਹੜੇ ਹੈਗੇ ਆ, ਜੇ ਕੋਈ ਛੋਟੀ ਜਾਤ ਦੇ ਬੰਦੇ ਨੂੰ ਕਹੇਗਾ ਤਾਂ ਕੋਈ ਵੱਡੀ ਜਾਤ ਦੇ ਬੰਦੇ ਨੂੰ ਵੀ ਨਹੀਂ ਕੋਈ ਇੱਦਾਂ ਕਹਿ ਸਕਦਾ, ਕਿਉਂਕਿ ਮਾੜੀਆਂ ਚੰਗੀਆਂ ਚੀਜ਼ਾਂ ਤਾਂ ਹਰ ਰਿਲੀਜਨ 'ਚ ਹਨ, ਹਰ ਕਮਿਊਨਿਟੀ 'ਚ ਹਨ, ਹਰ ਕਾਸਟ ਵਿੱਚ ਹਨ, ਤੇ ਉਹ ਦੋਨੋਂ ਪਾਸੇ ਅਪਲਾਈ ਹੁੰਦੀ ਹੈ। ਤੇ ਬਿਊਟੀ ਆਫ ਦਿਸ ਬਿੱਲ ਇਜ਼ ਕਿ ਇਟ ਪ੍ਰੋਟੈਕਟ ਐਵਰੀਬਾਡੀ, ਕਿਸੇ ਨੂੰ ਇੰਨਾ ਡਿਫੈਂਸਿਵ ਹੋਣ ਦੀ ਲੋੜ ਨਹੀਂ। ਇੱਕ ਸਵਾਲ ਇੱਕ ਸਰੋਤੇ ਦਾ ਲੈ ਲਈਏ। ਵੈਸੇ ਮੇਰੇ ਮਨ 'ਚ ਇੰਨੇ ਕੁ ਸਵਾਲ ਆ ਰਹੇ ਨੇ ਨਾ, ਤੇ ਮੈਂ ਸੋਚਦਾ ਵੀ ਕਿਹੜਾ ਪੁੱਛਾਂ ਕਿਹੜਾ ਨਾ ਪੁੱਛਾਂ। ਵਿਨੋਦ ਚੁੰਬਰ ਜੀ ਸਾਡੇ ਨਾਲ ਇਹਨਾਂ ਦਾ ਬੜਾ ਪੁਰਾਣਾ ਸੰਬੰਧ ਹੈ ਜੀ, ਉਹੀ ਅਸੀਂ ਅੱਜ ਜ਼ਰੂਰ ਦੱਸਾਂਗਾ, ਸ਼ੇਅਰ ਕਰਾਂਗੇ। ਮੈਂ ਦੱਸਾਂਗਾ ਜੀ, ਇੱਕ ਗੁਪਤ ਭੇਤ ਰੱਖਾਂਗਾ। ਕਾਲਰ ਸਾਹਿਬ ਨੇ ਸ਼ਾਇਦ ਅਮਰੀਕਾ ਤੋਂ ਨੇ। ਰੇਡੀਓ ਇੰਡੀਆ ਤੁਹਾਡਾ ਸਵਾਗਤ ਹੈ। ਵਿਨੋਦ ਜੀ ਸਾਡੇ ਨਾਲ ਸਟੂਡੀਓ 'ਚ ਨੇ, ਜੋ ਵੀ ਤੁਹਾਡੇ ਸਵਾਲ ਨੇ ਤੁਸੀਂ ਪੁੱਛ ਸਕਦੇ ਹੋ, ਸਭ ਦਾ ਜਵਾਬ ਦੇਣਗੇ। ਹਾਂਜੀ ਜਨਾਬ। ਸਤਿ ਸ੍ਰੀ ਅਕਾਲ ਸੀਮਾ ਸਾਹਿਬ। ਸਤਿ ਸ੍ਰੀ ਅਕਾਲ ਸੀਮਾ ਸਾਹਿਬ, ਪਹਿਲਾਂ ਤਾਂ ਮੇਰਾ ਕੁਝ ਨਹੀਂ ਜੀ ਕਿ ਜਿੱਦਾਂ ਹੁਣ ਇੰਡੀਆ ਦੇ ਵਿੱਚ ਹੈ, ਹੁਣ ਲੋਕੀ ਸਾਰੇ ਜਿਹੜੇ ਵੱਡੀ ਵੱਡੀਆਂ ਪੋਸਟਾਂ ਤੇ USA 'ਚ ਲੱਗੇ ਨੇ, ਟੌਪ ਲੈਵਲ ਤੇ ਪਹੁੰਚੇ ਨੇ, ਉਹ ਸਾਰੇ ਦੇ ਸਾਰੇ 98% IIT IIM ਤੋਂ ਪੜ੍ਹ ਕੇ ਆਏ ਨੇ। ਹੁਣ ਅਗਰ ਉਹ ਇੰਨੀ ਦੀਆਂ ਪੋਸਟਾਂ ਤੇ ਅੱਪਰ ਕਾਸਟ ਪਹੁੰਚ ਗਏ ਨੇ, ਉਹਦੇ 'ਚ ਕੋਈ ਕਾਸਟ ਫੈਕਟਰ ਨਹੀਂ ਕਰਦਾ, ਜਿਹਦੇ ਇਹਦੇ 'ਚ ਨੰਬਰ ਜ਼ਿਆਦਾ ਹੈ ਜਾਂ ਜਿਹਦੇ ਕੋਲ ਕੁਆਲੀਫਿਕੇਸ਼ਨ ਜ਼ਿਆਦਾ ਹੈ। ਤੇ ਜੇ ਕੱਲ ਨੂੰ ਉਹ ਬੈਠ ਕੇ ਇਹ ਕਵੇ ਕਿ ਵੀ ਜੇ ਹੁਣ ਇਹ ਕਾਸਟ ਵਾਲਾ ਸਿਸਟਮ ਆ ਗਿਆ ਤਾਂ ਮੈਂ ਆਪਣੇ ਇਹ ਜਿਹੜੇ ਮਾੜੇ ਕਾਸਟ ਵਾਲੇ ਬੰਦੇ ਹੀ ਨਹੀਂ ਰੱਖਣੇ, ਕਿਉਂਕਿ ਕੱਲ ਨੂੰ ਮੈਨੂੰ ਪੰਗਾ ਪਾਣਗੇ, ਫੇਰ ਕੀ ਹੋਏਗਾ। ਅਗਰ ਜੇ ਅੱਪਰ ਕਾਸਟ ਹੀ ਬੈਠ ਕੇ ਇੱਥੇ ਕਹੀ ਜਾਵੇ ਕਿ ਵੀ ਮੈਂ ਲੋ ਕਾਸਟ ਜਿਹੜੀ ਇੰਡੀਆ ਵਾਲੀ, ਕੱਲ ਨੂੰ ਮੇਰੇ ਤੇ ਕੋਈ ਐਪਲੀਕੇਸ਼ਨ ਪਾਏਗਾ ਜਾਂ ਕੁਝ ਪਾਏਗਾ, ਮੈਂ ਤਾਂ ਇਹੋ ਜਿਹੇ ਇੰਡੀਅਨ ਜਿਹੜੇ ਆ ਰਹੇ ਨੇ ਇਹਨਾਂ ਨੂੰ ਰੱਖਣਾ ਹੀ ਨਹੀਂ, ਫੇਰ ਕੀ ਪ੍ਰੋਬਲਮ ਕ੍ਰੀਏਟ ਨਹੀਂ ਹੋਏਗੀ। ਪ੍ਰੋਬਲਮ ਤਾਂ ਜ਼ਿਆਦਾ ਵੱਡੀ ਹੋ ਜਾਏਗੀ ਕਿ ਕੱਲ ਨੂੰ ਬੰਦਾ ਨਹੀਂ ਰੱਖੇਗਾ, ਉਹ ਰੱਖੇਗਾ ਹੀ ਆਪਣੇ ਬੰਦੇ, ਕਿ ਜਿਹਦੇ ਨਾਲ ਕਿ ਉਹ ਆਪਣੇ ਹੀ ਜਿਹੜਾ ਸਿਸਟਮੈਟਿਕਲ ਹੈਗਾ ਆਪਣੇ ਬੰਦਿਆਂ ਨੂੰ ਪ੍ਰਮੋਟ ਕਰੇਗਾ। ਉੱਥੇ ਇਹ ਕੀ ਕਰ ਸਕਣਗੇ। ਚਲੋ ਪੁੱਛੀ ਜੋ, ਤੁਸੀਂ ਸਾਰੇ ਸਵਾਲ ਪੁੱਛੀ ਜੋ, 1 by 1 ਉਹ ਸਾਰਿਆਂ ਦਾ ਜਵਾਬ ਦੇਣਗੇ। ਹਾਂਜੀ ਪੁੱਛੀ ਜੋ, ਹੋਰ ਵੀ ਜਵਾਬ ਹੋਣਗੇ। ਦੂਜਾ ਇਹ ਹੈਗਾ ਕਿ ਵੀ ਜਿੱਦਾਂ ਹੁਣ ਇੰਡੀਆ 'ਚ ਰਿਜ਼ਰਵੇਸ਼ਨ ਲੱਗੀ ਹੋਈ ਹੈ 90 92% ਜਾਂ 98% ਅੱਪਰ ਕਾਸਟ ਲੈ ਕੇ ਪ੍ਰਮੋਟ ਹੁੰਦੀ ਹੈਗੀ ਹੈ। ਕੀ ਕਾਸਟ ਸਿਸਟਮ ਕਿਸੇ ਟਾਈਮ ਬੰਦ ਹੋਏਗਾ ਇੰਡੀਆ 'ਚ ਕਿ ਨਹੀਂ ਹੋਏਗਾ? ਕਿਉਂਕਿ ਜਿਹੜੇ ਬੱਚੇ 40% ਨੰਬਰ ਲੈ ਕੇ ਜਾਂ 50% ਨੰਬਰ ਲੈ ਕੇ ਪਿਛਲੇ 70 ਸਾਲ ਤੋਂ 75 ਸਾਲ ਤੋਂ ਆ ਕੇ ਉਹਨਾਂ ਬੰਦਿਆਂ ਦੇ ਉੱਪਰ ਬਹਿ ਜਾਂਦੇ ਨੇ ਜਿਹੜੇ 80% ਨੰਬਰ ਲੈ ਕੇ ਬੈਠੇ ਨੇ, 90% ਨੰਬਰ ਲੈ ਕੇ ਬੈਠੇ ਨੇ। ਅੱਜ ਦੀ ਡੇਟ 'ਚ ਜਿੰਨੇ ਵੀ ਵੱਡੇ ਸਿੱਖਿਆ ਸੰਸਥਾਨ ਨੇ ਉਹੀ ਸ਼ੋਅ ਕਰਦੇ ਨੇ ਆਪਣੀ ਐਡਵਰਟਾਈਜ਼ਮੈਂਟਾਂ ਦੇ ਵਿੱਚ ਕਿ ਤੁਹਾਨੂੰ 90% ਲੈ ਕੇ ਦੇਵਾਂਗੇ, 92% 98 ਨੰਬਰ IIT ਤੁਹਾਡੀ ਕਲੀਅਰ ਕਰਾਵਾਂਗੇ, ਤੁਹਾਡਾ ਮੈਡੀਕਲ ਦਾ ਕਲੀਅਰ ਕਰਾਵਾਂਗੇ, ਤੁਹਾਨੂੰ 98। ਤੁਸੀਂ ਜਿੰਨੇ ਵੀ ਅੱਜ ਕੱਲ੍ਹ ਦਿੱਲੀ ਬੰਬੇ 'ਚ ਦੇਖੋਗੇ ਹਰ ਐਗਜ਼ਾਮ 'ਚ ਬੱਚਿਆਂ ਦੇ ਨੰਬਰ ਆ ਰਹੇ 98 99%। ਵਾਈ ਉਹ ਇਸੇ ਕਰਕੇ ਕਿ ਬੱਚਿਆਂ ਦੇ ਬਰਡਨ ਹੀ ਇੰਨਾ ਹੋ ਚੁੱਕਾ ਹੋਇਆ ਵਾ ਕਾਸਟ ਸਿਸਟਮ ਦੇ ਕਰਕੇ ਕਿ ਵੀ ਅਸੀਂ ਜੇ ਨੰਬਰ ਹਾਈ ਲਵਾਂਗੇ ਤਾਂ ਸਾਨੂੰ ਸੀਟ ਮਿਲੇਗੀ। ਤੇ ਇਹਦੇ ਨਾਲ ਇਹ ਤਾਂ ਨਹੀਂ ਹੋਏਗਾ ਕਿ ਕੱਲ ਨੂੰ ਇੱਥੇ ਵੀ ਉਹ ਕਹਿਣਗੇ ਕਿ ਵੀ ਇਹ ਕਰਨਾ ਸ਼ੁਰੂ ਕਰ ਦੇਣਗੇ। ਮੋਸਟਲੀ ਜਿਹੜੇ ਬੱਚੇ ਇੰਡੀਆ ਤੋਂ ਲੋਕੀ ਇੱਥੇ ਟ੍ਰਾਂਸਫਰ ਹੋਏ ਨੇ ਅਮਰੀਕਾ ਜਾਂ ਕੈਨੇਡਾ, ਉਹ ਇੱਕੋ ਰੀਜ਼ਨ ਕਰਕੇ ਹੋਏ ਨੇ ਕਿ ਬਈ ਇੰਡੀਆ ਦੇ ਵਿੱਚ ਕਾਸਟ ਸਿਸਟਮ ਸੀ ਜਿਹਦੇ ਕਰਕੇ ਉਹਨਾਂ ਨੂੰ ਜੌਬਸ ਨਹੀਂ ਮਿਲੀਆਂ ਜਾਂ ਉਹਨਾਂ ਨੂੰ ਕੋਈ ਆਪਣਾ ਰਹਿਣ ਦਾ ਸੈਟਲ ਹੋਣ ਦਾ ਨਹੀਂ ਹੋਇਆ। ਇਸੇ ਕਰਕੇ ਉਹਨਾਂ ਨੇ ਇੰਡੀਆ ਛੱਡ ਕੇ ਆਏ ਤੇ ਇੱਥੇ ਆ ਕੇ ਸੈਟਲ ਹੋਏ ਕਿ ਵੀ ਕੱਲ ਨੂੰ ਇਹ ਨਾ ਹੋਵੇ ਕਿ ਵੀ ਕੱਲ ਨੂੰ ਸਾਡੇ ਬੱਚਿਆਂ ਨੂੰ ਜੌਬਸ ਨਾ ਮਿਲਣ, ਕੱਲ ਨੂੰ ਸਾਡੇ ਬੱਚਿਆਂ ਨੂੰ ਕੋਈ ਐਜੂਕੇਸ਼ਨ ਸਹੀ ਨਾ ਮਿਲੇ, ਕਿਉਂਕਿ ਉਹਦੇ ਵਿੱਚ ਉਹਨਾਂ ਨੂੰ ਪਰਸੈਂਟੇਜ ਆਫ ਨੰਬਰ ਲੈਣ ਦੇ ਵਿੱਚ 98 92% ਲੈਣੇ ਪੈਂਦੇ ਨੇ, ਕਿਉਂਕਿ ਉਹਨਾਂ ਦੇ ਵਿੱਚ ਵਿਤਕਰਾ ਬਹੁਤ ਹੁੰਦਾ ਵਾ। ਕਾਸਟ ਸਿਸਟਮ ਕਰਕੇ ਹੀ ਹੈ ਕਿ 50-55% ਤੋਂ ਉੱਪਰ ਲੋ ਕਾਸਟ ਲਿਜਾਈ ਜਾ ਰਹੀ ਹੈ, ਜਿਹਦੇ ਨਾਲ ਅਪਰ ਕਾਸਟ ਆਪਸ ਦੇ ਵਿੱਚ ਮੁਕਾਬਲਾ ਕਰ ਰਹੀ ਹੈ ਇਸ ਚੀਜ਼ ਦਾ। ਇਹਦਾ ਕੀ ਇਲਾਜ ਹੋਵੇਗਾ? ਕੱਲ ਨੂੰ ਇੱਥੇ ਵੀ ਲਾਉਣ ਦੀ ਕੋਸ਼ਿਸ਼ ਕਰਨਗੇ। ਤੁਹਾਨੂੰ ਲੱਗਦਾ ਕਿ ਇਹ ਚੀਜ਼ ਲਾਉਣ ਦੀ ਕੋਸ਼ਿਸ਼ ਕਰਨਗੇ ਤੇ ਕੈਨੇਡਾ ਜਾਂ ਅਮਰੀਕਾ ਵਾਲੇ ਮੰਨ ਲੈਣਗੇ? ਕਿਉਂਕਿ ਜਿੰਨਾ ਵੀ ਇਹਦੇ ਵਿੱਚ ਜ਼ਿਆਦਾ ਵਾਧਾ ਦਿੱਤਾ ਜਾਏਗਾ ਸਾਡੇ ਹਿਸਾਬ ਦੇ ਨਾਲ ਤਾਂ ਕਾਸਟ ਸਿਸਟਮ ਲਿਖਣੀ ਨਹੀਂ ਚਾਹੀਦੀ, ਕਾਸਟ ਖਤਮ ਕਰ ਦੇਣੀ ਚਾਹੀਦੀ। ਸਿਰਫ ਤੁਹਾਡਾ ਆਪਣਾ ਨਾਮ ਹੋਵੇ, ਹਾਂ ਤੁਸੀਂ ਆਪਣੇ ਫਾਦਰ ਦਾ ਨਾਮ ਲਿਖਣਾ ਲਿਖ ਲਵੋ ਉਹਦੇ ਵਿੱਚ, ਜੇ ਬੈਕ ਤੇ ਵੀ ਲਿਖਣਾ ਹੋਵੇ। ਜਿੱਦਾਂ ਤੁਸੀਂ ਕਾਸਟ ਨੂੰ ਪ੍ਰਮੋਟ ਕਰੋਗੇ, ਅੱਜ ਦੇ ਜਿਹੜੇ ਫਿਲਮੀ ਸਿਸਟਮ ਹੈ ਜਾਂ ਗਾਣੇ ਆ ਰਹੇ ਨੇ ਕਿ ਕਿਸੇ ਪਾਸੇ ਆਪਾਂ ਕਹਿੰਦੇ ਜੱਟਵਾਦ ਆ ਰਿਹਾ ਜਾਂ ਦੂਜਾ ਆ ਰਿਹਾ, ਇਹ ਤਾਂ ਹੋਰ ਪ੍ਰੋਬਲਮ ਕ੍ਰੀਏਟ ਕਰ ਰਹੀ ਹੈ। ਨਾਮ ਬਿਨਾਂ ਕਾਸਟ ਤੋਂ ਹੋਣਾ ਚਾਹੀਦਾ ਕਿ ਸਾਰੇ ਬਰਾਬਰ ਨੇ, ਕਿਸੇ ਦਾ ਵੀ ਕਾਸਟ ਦੇ ਨਾਮ ਨਹੀਂ ਲਿਖਣਾ ਚਾਹੀਦਾ ਕਿ ਕੋਈ ਸ਼ਰਮਾ, ਕੋਈ ਪ੍ਰਭਾਕਰ ਹੈ, ਕੋਈ ਵਰਮਾ ਹੈ, ਕੋਈ ਦੂਜਾ ਹੈ, ਕੋਈ ਗਿੱਲ ਹੈ ਜਾਂ ਕੁਛ ਹੈ। ਇਹਦੇ ਬਾਰੇ ਕੀ ਸੋਚਦੇ ਨੇ? ਇਹਨਾਂ ਨੂੰ ਤਾਂ ਇਹ ਕਰਨਾ ਚਾਹੀਦਾ ਵਾ ਕਿ ਵੀ ਕਾਸਟ ਸਿਸਟਮ ਹੀ ਖਤਮ ਕਰ ਦੇਣ, ਕਿਸੇ ਦਾ ਨਾਮ ਹੀ ਨਾ ਲਿਖਿਆ ਜਾਵੇ, ਕਿਸੇ ਨੂੰ ਪਤਾ ਹੀ ਨਾ ਹੋਵੇ ਕਿ ਉਹਦੀ ਆਇਡੈਂਟੀਫਿਕੇਸ਼ਨ ਕੀ ਹੈ। ਕਿਉਂਕਿ ਫੇਰ ਹੀ ਵਿਤਕਰਾ ਹੋਏਗਾ ਜੇ ਆਇਡੈਂਟੀਫਿਕੇਸ਼ਨ ਹੀ ਨਹੀਂ ਕਿਸੇ ਦੀ ਹੋਏਗੀ। ਇੱਧਰ ਤੇ ਗੋਰਿਆਂ 'ਚ ਵੀ ਲਿਖਦੇ ਨੇ, ਗੋਰਿਆਂ ਦੇ ਵਿੱਚ ਵੀ ਆਪਣੇ ਨਾਮ ਦੇ ਪਿੱਛੇ ਉਹ ਆਪਣੇ ਸਰਨੇਮ ਲਿਖਦੇ ਨੇ, ਔਰ ਸਰਨੇਮ ਤੋਂ ਤਾਂ ਸਭ ਨੂੰ ਪਤਾ ਲੱਗ ਜਾਂਦਾ ਆਇਡੈਂਟੀਫਿਕੇਸ਼ਨ ਕੀ ਹੈ। ਔਰ ਇਹ ਚੀਜ਼ ਗੋਰਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਹੈ। ਕੈਥੋਲਿਕ ਹੈਗੇ ਆ, ਦੂਜੇ ਹੈਗੇ ਆ, ਉਹ ਜ਼ਿਆਦਾ ਡਿਜੜ ਹੈਗੇ ਨੇ ਆਪਣੇ ਦੇ ਵਿੱਚ। ਉਹ ਕੈਥੋਲਿਕ ਵਾਲੇ ਦੂਜਿਆਂ ਨੂੰ ਬਹਿਣ ਨਹੀਂ ਦਿੰਦੇ ਆਪਣੇ ਦੂਜੀ ਧਰਮ ਦੇ ਆਪਣੇ ਬੰਦਿਆਂ ਤੋਂ। ਤੇ ਇਹਦਾ ਕੀ ਇਲਾਜ ਕੀਤਾ ਜਾਏਗਾ? ਕਿਉਂਕਿ ਮੇਰੇ ਹਿਸਾਬ ਦੇ ਨਾਲ ਤਾਂ ਕਾਸਟ ਸਿਸਟਮ ਲਿਖਣੀ ਹੀ ਨਹੀਂ ਚਾਹੀਦੀ ਹੈਗੀ ਹੈ। ਸਿਰਫ ਨਾਮ ਜ਼ਿਆਦਾ ਆਪਣੇ ਫਾਦਰ ਦਾ ਨਾਮ ਪੁੱਛਦੇ ਹਾਂ ਜਨਾਬ, ਪੁੱਛਦੇ ਹਾਂ। ਸ਼ੁਕਰੀਆ ਜਨਾਬ, ਧੰਨਵਾਦ। ਹਾਂਜੀ ਵਿਨੋਦ ਜੀ, ਤੁਸੀਂ ਸਵਾਲਾਂ ਦੇ ਜਵਾਬ ਦੇ ਸਕਦੇ ਹੋ। ਹਾਂਜੀ ਵੀਰ ਜੀ, ਗੱਲ ਹੈਗੀ ਇਸ ਤਰ੍ਹਾਂ ਕਿ ਆਪਾਂ ਜਿਹੜਾ ਕੰਟਰੀ 'ਚ ਰਹਿੰਦੇ ਹਾਂ, ਜਿਹੜੀ ਨਾਂ ਦੀ ਗੱਲ ਹੈਗੀ ਆ, ਉੱਥੇ ਫਸਟ ਨਾਮ, ਫਸਟ ਨੇਮ,
ਮਿਡਲ ਨੇਮ ਤੇ ਲਾਸਟ ਨੇਮ, ਇਹ ਬੜੀ ਕਾਮਨ ਦੀ ਪ੍ਰੈਕਟਿਸ ਹੈਗੀ ਇੱਥੇ। ਜਦੋਂ ਅਸੀਂ ਸਾਡੇ ਕੋਲ ਫਸਟ ਨੇਮ ਜਾਂ ਲਾਸਟ ਨੇਮ ਇਨ ਕੇਸ ਹੁੰਦਾ ਹੈ ਤਾਂ ਫਿਰ ਵੀ ਕਿਤੇ ਨਾ ਕਿਤੇ ਉਹ ਆਪਾਂ ਨੂੰ ਟਿਪੀਕਲੀ FNU ਮੂਹਰੇ ਲਿਖ ਦਿੰਦੇ ਹਨ। ਇਹ ਜਿਹੜਾ ਸਿਸਟਮ ਹੈਗਾ ਨਾ ਤਾਂ ਇੰਡੀਆ ਨੇ ਕਦੀ ਚੇਂਜ ਕਰਨਾ ਹੈ ਤੇ ਨਾ ਹੀ ਇੱਥੇ ਇਹ ਪੋਸੀਬਲ ਹੈ। ਗੱਲ ਹੈ ਵੀ ਜਦੋਂ ਆਪਾਂ ਗੱਲ ਆਉਂਦੀ ਆ ਬਰਾਬਰਤਾ ਦੀ, ਜੋ ਇੱਕ ਪਛੜਿਆ ਹੋਇਆ ਸਮਾਜ ਹੈ ਉਹ ਥੋੜੇ ਦੇਰ ਤੋਂ ਇੱਥੋਂ ਕਹਿ ਲਓ ਵੀ 20-25 ਸਾਲ ਤੋਂ ਇੱਥੇ ਆਉਣਾ ਸ਼ੁਰੂ ਹੋਇਆ ਹੌਲੀ ਹੌਲੀ। ਜਿਹੜਾ ਇੱਕ ਅਪਰ ਕਾਸਟ ਸਮਾਜ ਹੈ ਉਹ ਬਹੁਤ ਹੀ ਵੈਲ ਆਫ ਤੇ ਆਰਗੇਨਾਈਜ਼ ਤੇ ਸਾਰੇ ਸੋਰਸਸ ਤੇ ਇੱਕ ਪਾਵਰਾਂ ਨਾਲ ਲੈ ਕੇ ਉਹ ਉਸ ਚੀਜ਼ ਦਾ ਮਿਸਯੂਜ਼ ਹੋ ਰਿਹਾ ਹੈ। ਬਰਾਬਰਤਾ ਬਹੁਤ ਵਧੀਆ ਚਾਹੀਦੀ ਹੈ, ਲੇਕਿਨ ਬਰਾਬਰਤਾ ਇੱਕ ਹਰ ਇੱਕ ਚੀਜ਼ ਦੀ ਹੋਣੀ ਚਾਹੀਦੀ ਹੈ। ਇਸ ਕਰਕੇ ਜਦੋਂ ਤੁਸੀਂ ਗੱਲ ਕੀਤੀ ਹੈ 55% ਨੰਬਰ ਦੀ ਤੇ 98% ਨੰਬਰ ਦੀ, ਜੇ ਤੁਸੀਂ ਸ਼ਾਇਦ ਕਦੀ ਕਿਸੇ ਨੇ ਮੂਵੀ ਦੇਖੀ ਹੋਵੇ ਆਰਕਸ਼ਣ ਇੱਕ ਇਸ ਚੀਜ਼ ਨੂੰ ਬੜਾ ਵਧੀਆ ਤਰੀਕੇ ਨਾਲ ਡਿਟੇਲ ਵਿੱਚ ਉਹ ਐਕਸਪਲੇਨ ਕਰਦੀ ਹੈ ਕਿ ਅਗਰ ਇੱਕ ਦਲਿਤ ਭਾਈਚਾਰੇ ਦੇ ਬੱਚਿਆਂ ਕੋਲ, ਇੱਕ ਬਹੁਜਨ ਸਮਾਜ ਦੇ ਬੱਚਿਆਂ ਕੋਲ ਉਹ ਸਾਰੇ ਸੋਰਸਸ ਹੋਣ ਜਿਹੜੇ ਕਿ ਅਪਰ ਕਾਸਟ ਕੋ ਹੈ, ਤਾਂ ਉਹ ਵੀ ਆਪਣਾ ਵੈਰੀ ਇੰਟੈਲੀਜੈਂਟ ਹਨ ਔਰ ਬੜੇ ਸਮਾਰਟ ਹਨ, ਉਹੀ ਵੀ ਇਸ ਲੈਵਲ ਤੱਕ ਈਜ਼ੀਲੀ ਪਹੁੰਚ ਸਕਦੇ ਹਨ। ਜਿਹੜੀ ਗੱਲ ਹੈ ਤੁਸੀਂ ਕਹਿੰਦੇ ਵੀ ਇਹ ਕਾਸਟ ਇੱਥੇ ਆ ਜਾਣੀ, ਇਹਦੇ ਨਾਲ ਦੇਖੋ ਜਿਹੜੀਆਂ ਪ੍ਰੋਟੈਕਟਡ ਕੈਟਾਗਰੀਆਂ ਹੈਗੀਆਂ ਹਨ ਉਹ ਕਲਰ ਦੀ ਹੈ ਔਰ ਜੈਂਡਰ ਦੀ ਹੈ ਔਰ ਲੇਡੀਜ਼ ਨੂੰ ਰਾਈਟ ਦੇ ਹਨ, ਰਾਈਟ। ਇਹ ਚੀਜ਼ਾਂ ਕਿਸੇ ਟਾਈਮ ਜਦੋਂ ਇਹ ਬਿੱਲ ਲੈ ਕੇ ਆਉਂਦੇ, ਸਿਵਲ ਰਾਈਟ ਬਿੱਲ ਲੈ ਕੇ ਆਉਂਦੇ ਆ, ਚੇਂਜਸ ਜਿਹੜੀ ਹੁੰਦੀਆਂ ਕੋਈ ਵੀ ਹੁੰਦੀਆਂ ਬੰਦਿਆਂ ਨੂੰ ਚੇਂਜ ਕਰਨੀ ਔਖੀ ਹੁੰਦੀ ਹੈ। ਇਟਸ ਵੈਰੀ ਹਾਰਡ ਫॉर ਪੀਪਲ ਟੂ ਐਕਸੈਪਟ ਦ ਚੇਂਜਸ ਬਿਕੋਜ਼ ਐਵਰੀਬਾਡੀ ਹੈਜ਼ देयर ਪਰਸਨਲ ਗਰजेस ਟੂ ਸਟਾਪ दैट। ਤੋ ਇਸ ਕਰਕੇ ਉਹ ਬੰਦਿਆਂ ਨੂੰ ਫੀਲ ਹੁੰਦਾ ਕਿ ਨਹੀਂ ਇਹ ਇਦਾਂ ਨਹੀਂ ਹੋਣਾ ਚਾਹੀਦੀ, ਕਿਉਂਕਿ ਐਵਰੀਬਾਡੀ ਵਾਂਟ ਟੂ ਮੇਨਟੇਨ देयर ਓਨ ਵੇਸਟ 올ਡ ਵੇ ਸਟਾਈਲ। ਇਸ ਤੇ ਮੈਂ ਕਹਿਣ ਦਾ ਭਾਵ ਮੇਰਾ ਇਹ ਆ ਕਿ ਜੇ ਉਹਨਾਂ ਕੈਟਾਗਰੀਆਂ ਨੂੰ ਅੱਜ ਤੱਕ ਜੌਬਾਂ ਮਿਲਦੀਆਂ ਆ ਰਹੀਆਂ ਸਾਰੇ ਪਾਸੇ, ਉਹ ਸਾਰਿਆਂ ਨੂੰ ਪੂਰਾ ਇਕੁਅਲੀ ਅਪੋਰਚੁਨਿਟੀ ਮਿਲ ਰਹੀ ਹੈਗੀ ਆ, ਤਾਂ ਜਿਹੜੀ ਇਕੁਅਲੀ ਅਪੋਰਚੁਨਿਟੀ ਅੱਜ ਤੱਕ ਸਦੀਆਂ ਤੋਂ ਨਹੀਂ ਮਿਲਦੀ ਆ ਰਹੀ, ਜੇ ਅੱਜ ਇਸ ਬੇਸ ਤੇ ਲਾਸਟ ਨੇਮ ਦੇ ਬੇਸ ਤੇ ਜਿਹੜੇ IT ਵਿੱਚ ਅਪਰ ਕਾਸਟ ਲੋਕੀ ਸਾਰੇ ਵਿੱਚ ਉੱਪਰ ਬੈਠੇ ਹੋਏ ਆ, ਉਹ ਉਹਨਾਂ ਬੱਚਿਆਂ ਨਾਲ ਕਰਦੇ ਹੈ ਟਿਪੀਕਲੀ, ਕਿਉਂਕਿ ਸਾਨੂੰ ਤਾਂ ਅਸੀਂ ਤਾਂ IT ਏਰੀਆ ਚ ਰਹਿੰਦੇ ਆ ਜਿੱਥੇ ਕਿ IT ਦੀ ਹੱਬ ਹੈ ਪੂਰੀ। ਔਰ ਜਿਹੜੇ ਸਾਡੇ ਅੰਬੇਡਕਰ ਮਿਸ਼ਨ ਦੇ ਸਾਡੇ ਭਾਈਚਾਰਾ ਬੰਦਾ ਹੈ, ਉਹ ਜਿਹੜੇ IT ਵਿੱਚ ਫੇਸਬੁੱਕ, ਗੂਗਲ ਵਿੱਚ, ਸਿਸਕੋ ਵਿੱਚ ਜਾਂ ਸੇਲਫੋਰਸ ਜਿਹੜੇ ਕੰਮ ਕਰਦੇ ਆ, ਜਿਹੜੇ ਉਹਨਾਂ ਦੇ ਓਨਰਸ ਹੈਗੇ ਕੰਪਨੀਆਂ ਦੇ, ਉਹਨਾਂ ਨੇ ਖੁਦ ਜਾਂ ਮੈਨੇਜਮੈਂਟ ਹੈਗੀ ਉਹਨੇ ਖੁਦ ਇਹ ਫਾਈਂਡ ਆਊਟ ਕੀਤਾ ਕਿ देयर इज ए प्रॉब्लम द ਕਾਸਟ ਸਿਸਟਮ ਕਰਕੇ ਡਿਸਕ੍ਰਿਮੀਨੇਟ ਅਪਰ ਕਾਸਟ ਕਰਦੇ ਹੈਗੇ ਆ। ਔਰ ਅਸੀਂ ਇੰਡੀਆ 'ਚ ਤਾਂ ਹੈ ਨਹੀਂ ਵੀ ਜਿੱਥੇ ਉਹ ਧੱਕਾਸ਼ਾਹੀ ਕਰ ਲਾ ਵੀ ਜਿਹੜੇ ਬੰਦੇ ਕੋਈ ਵੀ ਹੈਗੇ ਆ ਉਹ ਲੋਅਰ ਕਾਸਟ ਨੂੰ ਜਿੱਥੇ ਮਰਜ਼ੀ ਦਬਾ ਲੈਣ। ਵੀ ਆਰ ਇਨ ਦ ਲੈਂਡ ਆਫ ਲਾਜ਼। ਤੇ ਇਸ ਕਰਕੇ ਜਦੋਂ ਇਹ ਇੱਕ ਪ੍ਰੋਟੈਕਸ਼ਨ ਹੋ ਜਾਣੀ ਨਾ, ਜਿਹੜਾ ਬੰਦਾ ਕੋਈ ਨਾਂ ਦੇ ਬੇਸ ਤੇ, ਲਾਸਟ ਨੇਮ ਦੇ ਬੇਸ ਤੇ ਕਿਸੇ ਬੱਚੇ ਨੂੰ ਜਾਂ ਕਿਸੇ ਨੂੰ ਨਹੀਂ ਹਾਇਰ ਕਰਦੇ ਜਾਂ ਕਿਸੇ ਨੂੰ ਕੋਈ ਗਲਤ ਤਰੀਕੇ ਨਾਲ ਮਿਸਟ੍ਰੀਟ ਕਰਦੇ ਹਾਂ, ਐਟਲੀਸਟ ਉਹਨਾਂ ਨੂੰ ਬੰਦਿਆਂ ਨੂੰ ਅਕਲ ਆ ਜਾਊਗੀ, ਉਹ ਬੰਦ ਕਰ ਦੇਣਗੇ ਵੀ ਇੱਥੇ ਪਾਲਿਸੀ ਹੈ ਕੰਪਨੀ ਵਿੱਚ ਵੀ ਕਾਸਟ ਬੇਸ ਤੇ ਕਿਸੇ ਨਾਲ ਕਲਰ ਬੇਸ ਵਾਂਗੂ, ਜੈਂਡਰ ਜਾਂ ਸੈਕਸ ਬੇਸ ਵਾਂਗੂ ਇਦਾਂ ਕੋਈ ਰਿਲੀਜਨ ਬੇਸ ਤੇ ਇਦਾਂ ਕੋਈ ਡਿਸਕ੍ਰਿਮੀਨੇਟ ਨਹੀਂ ਕਰ ਸਕਦਾ। ਇਸ ਕਰਕੇ ਉਹਨਾਂ ਨੂੰ ਅਵੇਅਰਨੈਸ ਤੇ ਪਾਲਿਸੀ ਬਣ ਜਾਊਗੀ। ਲੋਕੀ ਜਿਹੜੇ ਕਰਦੇ ਹਨ ਉਹਨਾਂ ਨੂੰ ਥੋੜਾ ਜਿਹਾ ਇੰਨਾ ਯਾਦ ਹੋ ਜਾਊਗਾ ਵੀ ਅਸੀਂ ਇੰਡੀਆ 'ਚ ਨਹੀਂ ਬੈਠੇ, ਹੁਣ ਅਸੀਂ ਬਾਹਰ ਕੰਟਰੀਆਂ 'ਚ ਬੈਠੇ ਹਾਂ ਜਿੱਥੇ ਇਕੁਅਲਿਟੀ ਜਿਹੜੀ ਹੈਗੀ ਆ, ਉਹ ਇਕੁਐਲਿਟੀ ਬੜੀ ਜ਼ਰੂਰੀ ਹੈਗੀ ਆ। ਔਰ ਇੱਥੇ ਕਿਸੇ ਇੱਕ ਬੰਦੇ ਨਾਲ ਵੀ ਆਪਾਂ ਤਾਂ ਗੱਲ ਕਰਦੇ ਨਾ, ਬਹੁਤ ਸਾਰੇ ਲੋਕਾਂ ਦੀ ਟੈਸਟੀਮਨੀ ਜਿਹੜੀ ਇਹਨਾਂ ਕੰਟਰੀਆਂ ਦੀ ਲਾਇਬਿਲਿਟੀ ਔਰ ਰਿਸਪੌਂਸਿਬਿਲਿਟੀ ਇਹ ਹੈਗੀ ਆ ਵੀ ਕਿਸੇ ਇੱਕ ਬੰਦੇ ਨਾਲ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ। ਠੀਕ ਹੈ। ਇਸ ਕਰਕੇ ਜਿਹੜਾ ਅੱਜ ਤੱਕ ਬਿੱਲ ਪਾਸ ਹੁੰਦਾ ਆ ਰਿਹਾ, ਉਹ ਤੁਹਾਡੇ ਮੇਰੇ ਅੱਗੇ ਕਿਸੇ ਬੰਦਿਆਂ ਨੇ ਨਹੀਂ ਡਿਸੀਜਨ ਕਰਨੇ ਆ। Those are the people who are responsible to run the state, run the countries. They are going to make the bills to protect everybody. Because end of the day, they're going to be responsible. They're going to be kind of answerable for every single atrocity that's going to happen in our countries. दूसरी गल कर रहे ਆਪਾਂ ਲਾਸਟ ਨੇਮ ਦੀ। ਇਹ ਜਿਹੜੀ ਲਾਸਟ ਨੇਮ ਹਟਾਉਣ ਦੀ ਗੱਲ ਹੈ, ਇਹ ਅਗਰ ਹੋ ਜਾਏ ਇੰਡੀਆ ਵਿੱਚ ਤਾਂ ਮੇਰਾ ਖਿਆਲ ਹੈ ਵੀ ਅੱਜ ਦੀ ਡੇਟ ਤੋਂ ਤੁਸੀਂ ਭੁੱਲ ਹੀ ਜਾਓ, ਕਿਉਂਕਿ ਜਿਹੜੀ ਅੱਜ ਦੀ ਜਿਹੜੀ ਉੱਥੇ ਗੌਰਮੈਂਟਾਂ ਜਾਂ ਉਹ ਸਿਸਟਮ ਹੈ ਉਹ ਤਾਂ ਚਾਹੁੰਦੀਆਂ ਨਹੀਂ ਵੀ ਕਦੀ ਲਾਸਟ ਨੇਮ ਜਾਤ ਪਾਤ ਕਦੀ ਖਤਮ ਹੋਵੇ। I hope you guys have seen the hate crime what we have seen in last like pretty much 9-10 years. ਜਿਹੜਾ ਹਿੰਦੂ, ਮੁਸਲਿਮ, ਸਿੱਖ, ਈਸਾਈ ਜਿਹੜਾ ਸੀ ਅੱਜ ਤੱਕ ਕਦੀ ਦੇਖਿਆ ਨਹੀਂ ਸੀਗਾ,
ਉਹ ਤਾਂ ਉੱਥੇ ਇਸ ਤਰੀਕੇ ਨਾਲ ਹੋ ਗਿਆ ਕਿ ਜਿੱਦਾਂ ਕਿ ਬੜਾ ਇੱਕ ਬਹੁਤ ਬੈਡ ਹੋ ਗਿਆ ਜਿਹੜਾ ਇੱਕ ਇੰਡੀਆ ਦਾ ਜਿਹੜਾ ਸੈਕੂਲਰ ਕੰਟਰੀ ਦਾ ਇੱਕ ਇੰਨਾ ਵਧੀਆ ਪਿਆਰ ਮੁਹੱਬਤ ਸੀ ਉਹਨੂੰ ਜਿਸ ਤਰ੍ਹਾਂ ਦੀ ਇੱਕ ਚਿੰਗਾਰੀ ਲਾਤੀ ਗਈ ਆ ਉਹ ਤਾਂ ਇੰਨੀ ਕੁ ਖਰਾਬ ਕਰਤੀ ਗਈ ਆ ਕਿ ਇੱਕ ਜਿਹੜਾ ਇੱਕ ਆਪਣੀ ਰਿਸ਼ਤੇਦਾਰੀਆਂ ਇੱਕ ਜਿਹੜੇ ਸਗੇ ਆਪਣੇ ਯਾਰ ਦੋਸਤ ਜਿਹਨਾਂ ਨਾਲ ਅਸੀਂ ਸਦੀਆਂ ਤੋਂ ਬਹਿੰਦੇ ਉੱਠਦੇ ਸੀ ਉਹਨਾਂ ਦੇ ਵਿੱਚ ਵੀ ਹੇਅਰ ਕਰੈਕ ਪੈਦਾ ਕਰਤੇ ਇੱਦਾਂ ਦੀਆਂ ਡਰਟੀ ਪਾਲਿਸੀਜ਼ ਨੇ। ਹਾਂ ਜੇਕਰ ਇਹ ਲਾਸਟ ਨੇਮ ਖਤਮ ਹੋ ਜਾਣ ਆਪਣੇ ਨਾਵਾਂ ਦੇ ਨਾਲੋਂ ਆਮ ਨਾਟ ਸ਼ੋਰ ਕਿ ਇਹ ਕਿੰਨਾ ਇਫੈਕਟਫੁਲ ਹੋਏਗਾ ਲੇਕਿਨ ਇੰਨਾ ਜ਼ਰੂਰ ਹੈ ਕਿ ਇਹ ਹੈਲਪ ਜ਼ਰੂਰ ਕਰੇਗਾ ਜੇ ਅਸੀਂ ਇਹਨੂੰ ਪਾਲਿਸੀ ਨੂੰ ਇੰਪਲੀਮੈਂਟ ਪ੍ਰੋਪਰ ਤਰੀਕੇ ਨਾਲ ਕਰਿਆ ਜਾਵੇ। laws can be bad but if we implement properly that can be successful। ਇਹ ਮੈਡਮ ਵਹਾਬ ਜਿਹੜੀ ਜਿਨ੍ਹਾਂ ਨੇ ਇਹਨੂੰ ਅੱਗੇ ਮੂਵ ਕੀਤਾ ਇਹ ਪਾਕਿਸਤਾਨੀ ਮੂਲ ਦੇ ਨੇ? ਨਹੀਂ ਜੀ ਉਹ ਅਫਗਾਨਿਸਤਾਨ ਮੂਲ ਦੇ ਨੇ। ਪਰ ਦੇਖਿਆ ਜਾਵੇ ਮੁਸਲਿਮ ਭਾਈਚਾਰੇ 'ਚ ਮੈਂ ਪਾਕਿਸਤਾਨ 'ਚ ਬਹੁਤ ਸਾਰੀਆਂ ਵੀਡੀਓ ਦੇਖਦਾ ਪਾਕਿਸਤਾਨ ਦੇ ਬਹੁਤ ਸਾਰੇ ਬੰਦਿਆਂ ਨਾਲ ਮੇਰੀ ਗੱਲਬਾਤ ਵੀ ਹੁੰਦੀ ਹੈ। ਠੀਕ ਹੈ ਮੁਸਲਿਮ ਭਾਈਚਾਰੇ ਦੇ ਵਿੱਚ ਕਾਸਟਿਜ਼ਮ ਨਹੀਂ ਹੈ ਮੁਸਲਿਮ ਨੂੰ ਕਾਸਟ ਬੇਸਡ ਰਿਜ਼ਰਵੇਸ਼ਨ ਦਾ ਕੋਈ ਬੈਨੀਫਿਟ ਨਹੀਂ ਮਿਲਦਾ ਬਟ ਜੋ ਉਹਨਾਂ ਦਾ ਸਮਾਜਿਕ ਪੱਧਰ ਤੇ ਜੋ ਉਹਨਾਂ ਨਾਲ ਗੱਲਬਾਤ ਕਰੋ ਉਹ ਤਾਂ ਦੇਖਿਆ ਜਾਵੇ ਭਾਰਤ ਵਾਲੇ ਪਾਸੇ ਤੋਂ ਵੀ ਬਹੁਤ ਜ਼ਿਆਦਾ ਮੰਦੀ ਸ਼ਬਦਾਵਲੀ ਇਸਤੇਮਾਲ ਕਰਦੇ ਨੇ ਉਹ ਬਹੁਤ ਜ਼ਿਆਦਾ ਡਿਸਕ੍ਰਿਮੀਨੇਟ ਕਰਦੇ ਨੇ ਉਹਨਾਂ ਦੇ ਸਮਾਜ ਦੇ ਵਿੱਚ ਡਿਸਕ੍ਰਿਮੀਨੇਸ਼ਨ ਟੂ ਮੱਚ ਮੈਂ ਕੰਪੈਰੀਜ਼ਨ ਕਰਕੇ ਦੱਸਦਾ ਜੇ ਤੁਸੀਂ ਵੀ ਥੋੜਾ ਬਹੁਤ ਸਟੱਡੀ ਕੀਤਾ ਹੋਵੇ ਪਰ ਅਨਫੋਰਚੂਨੇਟਲੀ ਅਸੀਂ ਉਹਨਾਂ ਭਾਈਚਾਰੇ ਦੀ ਗੱਲ ਨਹੀਂ ਕਰਦੇ ਉਹਨਾਂ ਨੂੰ ਜਾਣ ਬੁੱਝ ਕੇ ਸਾਈਡਲਾਈਨ ਕਰ ਦਿੰਦੇ ਆ ਕਿ ਸਾਡਾ ਕੋਈ ਇਦਾਂ ਦਾ ਟਿਪੀਕਲ ਏਜੰਡਾ ਕਿ ਅਸੀਂ ਉਹਨਾਂ ਪਾਕਿਸਤਾਨੀ ਮੂਲ ਦੇ ਬੰਦੇ ਸਾਡੇ ਨਾਲ ਕੰਮ ਕਰਦੇ ਨੇ ਤੁਹਾਡੇ ਨਾਲ ਵੀ ਕੰਮ ਕਰਦੇ ਹੋਣਗੇ ਇੱਥੇ ਵੀ ਹੋਣਗੇ ਉਹ ਤਾਂ ਸਰੇਆਮ ਜਾਤੀ ਸੂਚਕ ਸ਼ਬਦ ਜਿਹੜਾ ਆਪਣੀ ਭਾਸ਼ਾ 'ਚ ਇਸਤੇਮਾਲ ਕਰਦੇ ਨੇ ਮੈਂ ਆਪ ਸੁਣਿਆ ਜੀ ਤੁਸੀਂ ਵੀ ਸੁਣਿਆ ਹੋਣਾ। ਹਾਂਜੀ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਪਹਿਲਾਂ ਮੈਂ ਰਿਪੀਟ ਕੀਤਾ ਰਿਪੀਟ ਕਰਦਾ ਇਸ ਗੱਲ ਨੂੰ ਕਿ ਜਿਹੜੀ ਇਹ ਕਾਸਟ ਹੈਗੀ ਆ ਇੱਕ ਸਿਰਫ ਇੱਕ ਰਿਲੀਜਨ 'ਚ ਨਹੀਂ ਗੀ ਇਹ ਹਿੰਦੂਆਂ ਵਿੱਚ ਵੀ ਹੈ ਮੁਸਲਿਮ ਵਿੱਚ ਵੀ ਹੈ ਸਿੱਖ ਵਿੱਚ ਵੀ ਹੈ ਔਰ ਈਸਾਈ ਕ੍ਰਿਸਚਨ ਵਿੱਚ ਵੀ ਹੈ ਔਰ ਜਦੋਂ ਅਸੀਂ ਇਸ ਪ੍ਰੋਸੈਸ ਵਿੱਚ ਕੰਮ ਕਰ ਰਹੇ ਸੀ ਅਸੀਂ ਇੰਨਾ ਕੁਝ ਲਰਨ ਕੀਤਾ ਕਿ ਇਹ ਕਾਸਟ ਇਹ ਨਹੀਂ ਸਿਰਫ ਸਾਊਥ ਏਸ਼ੀਅਨ ਕੰਟਰੀ 'ਚ ਸਿਰਫ ਇਹ ਜਿਹੜੀ ਕਾਸਟ ਹੈਗੀ ਆ ਇਹ ਮੈਕਸੀਕੋ 'ਚ ਪਾਈ ਜਾਂਦੀ ਹੈ ਇਟਲੀ 'ਚ ਹੈ ਇਹ ਜਾਪਾਨ 'ਚ ਹੈ ਇਹ ਬਹੁਤ ਸਾਰੀ ਕੰਟਰੀਆਂ ਵਿੱਚ ਹੈ ਕਿਉਂਕਿ ਇੱਕ ਜਿਹੜੀ ਇੱਕ ਬੀਇੰਗ ਏ ਹਿਊਮਨ ਇਹ ਜਿਹੜੀਆਂ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹਨਾਂ ਚੀਜ਼ਾਂ ਨੂੰ ਅਸੀਂ ਜੇ ਨਿਕਲ ਜਾਣ ਇੱਕ ਕਿਸੇ ਇਨਸਾਨ ਦੀ ਲਾਈਫ ਵਿੱਚੋਂ ਫਿਰ ਤਾਂ ਸਮਝ ਲਓ ਪਈ ਫਿਰ ਤਾਂ ਬੇਗਮਪੁਰਾ ਹੀ ਬਣਿਆ ਹੋਇਆ ਸਾਰੇ ਪਾਸੇ ਅਨਫੋਰਚੂਨੇਟਲੀ ਜਿੱਦਾਂ ਦੀ ਅਸੀਂ ਦੇਖਦੇ ਹਾਂ ਕਿੱਦਾਂ ਦੇ ਲੜਾਈ ਝਗੜੇ ਸਾਰੇ ਕੰਟਰੀਆਂ 'ਚ ਚੱਲਦੇ ਹਨ ਕਿ ਪ੍ਰੀਟੀ ਸ਼ੋਰ ਹੈ ਕਿ ਉਹਨਾਂ ਕੰਟਰੀਆਂ ਵਿੱਚ ਕਾਸਟ ਦੇ ਜੇਕਰ ਸਾਰੇ ਕੰਟਰੀਜ਼ ਵਿੱਚ ਲੇਕਿਨ ਬਹੁਤ ਸਾਰੇ ਹੋਰ ਬਿਨਾਂ ਸਾਊਥ ਏਸ਼ੀਅਨ ਕੰਟਰੀ ਤੋਂ ਦੂਜੀਆਂ ਕੰਟਰੀਆਂ ਵਿੱਚ ਵੀ ਹੈ ਜਿਹੜੇ ਕਿ ਸਾਡੇ ਸੈਨੇਟਰਸ ਨੇ ਖੁਦ ਆਪ ਐਕਸੈਪਟ ਕੀਤਾ ਬੀਇੰਗ ਏ ਪਾਰਟ ਆਫ ਦਿਸ ਪ੍ਰੋਸੈਸ ਕਿ ਨਹੀਂ ਸਾਡੀਆਂ ਵਿੱਚ ਵੀ ਇਟਲੀ ਵਿੱਚ ਵੀ ਔਰ ਜਿਹੜਾ ਮੈਕਸੀਕੋ ਵਿੱਚ ਵੀ ਕਾਸਟ ਹੈ ਜਿਹਦੇ ਕਰਕੇ ਇਹ ਹੁੰਦਾ। ਦੂਸਰੀ ਗੱਲ ਤੁਸੀਂ ਕਰ ਰਹੇ ਹੈ ਵੀ ਇਹ ਮੁਸਲਮਾਨਾਂ ਵਿੱਚ ਤਾਂ ਇਹ ਬਹੁਤ ਜ਼ਿਆਦਾ ਕਾਮਨ ਹੈ। ਫਿਰ ਮੈਂ ਰਿਪੀਟ ਕਰਦਾ ਕਿ ਅਗਰ ਜਿਹੜਾ ਬੰਦਿਆਂ ਨੇ ਇਹ 36 ਪੇਜਸ ਦਾ ਬਿੱਲ ਦੇਖਿਆ ਹੋਵੇ ਤੇ ਉਹ ਬੈਠ ਕੇ ਸਾਰੇ 5-7-10 ਬੰਦੇ ਇੰਟੈਲੈਕਚੁਅਲ ਬੰਦੇ ਥੋੜਾ ਜਿਹਾ ਸੋਚਣ ਉਹਨੂੰ ਪੜ੍ਹਨ ਵੀ ਇਹ ਮੈਨੂੰ ਇਹ ਦੱਸੋ ਵੀ ਇਹ ਕਿਸੇ ਪਾਰਟਿਕੂਲਰ ਰਿਲੀਜਨ ਦਾ ਨਾਂ ਕਿਸੇ ਪਾਰਟਿਕੂਲਰ ਕਾਸਟ ਦਾ ਨਾਂ ਕਿਸੇ ਪਾਰਟਿਕੂਲਰ ਕਮਿਊਨਿਟੀ ਦਾ ਨਾਂ ਕਿਸੇ ਦਾ ਹੈ ਇਹਦੇ 'ਚ ਇਹ ਜਿਹੜਾ ਕਾਸਟ ਚੀਜ਼ ਹੈਗੀ ਆ ਜਿਹੜੀਆਂ ਫੋਰਨ ਕੰਟਰੀਜ਼ ਹੈਗੀਆਂ ਏਜੰਸੀਜ਼ ਹੈਗੀਆਂ ਇਹ ਸਾਡੇ ਏਜੰਸੀਆਂ ਨਾਲੋਂ ਵਧੀਆ ਸਿੰਸੀਅਰ ਤਰੀਕੇ ਨਾਲ ਜ਼ਿਆਦਾ ਨੌਲੇਜ ਔਰ ਜ਼ਿਆਦਾ ਵਧੀਆ ਤਰੀਕੇ ਨਾਲ ਜਾਣਦੀਆਂ ਵੀ ਕਿੱਥੇ ਕਿੱਥੇ ਕਾਜ਼ਸ ਰੂਟ ਕਾਜ਼ਸ ਹੈਗੀਆਂ ਪ੍ਰੋਬਲਮਸ ਦੀਆਂ ਤੇ ਇਸ ਕਰਕੇ ਜਿਹੜਾ ਕਾਸਟ ਹੈਗਾ ਇਹ ਨਹੀਂ ਹੋਣਾ ਵੀ ਸਿਰਫ ਇਹ ਉਸ ਸਰਟਨ ਧਰਮ ਜਾਂ ਸਰਟਨ ਕੰਟਰੀ ਜਾਂ ਸਰਟਨ ਏਰੀਆ 'ਚ ਰਹਿਣਾ ਇਹ ਸਾਰੇ ਪਾਸੇ ਹੋਣਾ ਔਰ ਇਸੇ ਵਿੱਚ ਜਦੋਂ ਮੁਸਲਿਮ ਦੀ ਗੱਲ ਆਉਣੀ ਜਦੋਂ ਕੋਈ ਦਾ ਕੇਸ ਆਉਣਾ ਹੈਗਾ ਆ ਜਿੱਦਾਂ ਉੱਥੇ ਸ਼ੀਆ ਹੈ ਸੁੰਨੀ ਹੈ ਬਹੁਤ ਸਾਰੇ ਹੈ ਉਹਨਾਂ ਨੇ ਵੀ ਆਪਣਾ ਜੇ ਕਿਸੇ ਨਾਲ ਕੋਈ ਲੋ ਕਾਸਟ ਦਾ ਬੰਦਾ ਜਿਹੜਾ ਮੁਸਲਿਮ ਕੈਟਾਗਰੀ 'ਚ ਹੋਏਗਾ ਉਹ ਕਰੇਗਾ ਤੇ ਉਹਨਾਂ ਹੋਏਗਾ ਧੱਕਾ ਤੇ ਹੋਣਾ ਨਹੀਂ ਚਾਹੀਦਾ ਸਾਰੇ ਬਰਾਬਰ ਹਨ ਉਹਨੂੰ ਵੀ ਇਹ ਪ੍ਰੋਟੈਕਟ ਕਰੇਗਾ। ਇੱਕੋ ਗੱਲ ਨਹੀਂ ਸਮਝ ਆਉਂਦੀ ਵੀ ਇੱਕੋ ਹੀ ਪਾਰਟਿਕੂਲਰ ਕਮਿਊਨਿਟੀ ਨੂੰ ਇੱਕੋ ਹੀ ਪਾਰਟਿਕੂਲਰ ਰਿਲੀਜਨ ਦੇ ਬੰਦਿਆਂ ਨੂੰ ਐਡੇ ਵੱਡੇ ਬਿੱਲ ਕਰਕੇ ਕਿਉਂ ਤਕਲੀਫ ਹੋ ਰਹੀ ਹੈ ਬਾਕੀ ਸਿੱਖ ਸਮਾਜ ਨੂੰ ਕਿਉਂ ਨਹੀਂ ਹੋ ਰਹੀ ਮੁਸਲਿਮ ਸਮਾਜ ਸਾਡੇ ਕਿਉਂ ਨਹੀਂ ਖਿਲਾਫ ਖੜਾ ਹੋ ਰਿਹਾ ਕ੍ਰਿਸਚੀਅਨ ਕਿਉਂ ਨਹੀਂ ਖੜਾ ਹੋ ਰਿਹਾ। ਠੀਕ ਹੈ ਜੇ ਅਸੀਂ ਬਰਾਬਰਤਾ ਲਿਆਉਣੀ ਹੈ ਸਮਝਦੇ ਹਾਂ ਕਿ ਬਰਾਬਰਤਾ ਹੋਣੀ ਚਾਹੀਦੀ ਹੈ ਤਾਂ ਸਾਨੂੰ ਤਾਂ ਇਹ ਚਾਹੀਦਾ ਸੀ ਜਦੋਂ ਪਹਿਲੇ ਦਿਨ ਤੋਂ ਆਇਆ ਜਦੋਂ ਸਿੱਖ ਸਮਾਜ ਸਾਡੇ ਨਾਲ ਖੜਾ ਹੋਇਆ ਪੂਰਾ ਆ ਕੇ
ਪਹਿਲੇ ਵੀ ਸਾਡੇ ਗੁਰੂਆਂ ਨੇ, ਸਾਡੇ ਪੀਰ ਪੈਗੰਬਰਾਂ ਨੇ ਸਾਨੂੰ ਇਹ ਮੈਸੇਜ ਦਿੱਤਾ ਕਿ ਬਰਾਬਰਤਾ ਹੀ ਹੋਣੀ ਚਾਹੀਦੀ ਹੈ। ਇਹਨਾਂ ਨੇ ਕਿਉਂ ਨਹੀਂ ਇਸ ਚੀਜ਼ ਨੂੰ ਫੋਲੋ ਕੀਤਾ? ਔਰ ਬੜਾ ਸੋਹਣਾ ਲੱਗਦਾ ਅਸੀਂ ਇਹਨਾਂ ਕੰਟਰੀਆਂ ਵਿੱਚ ਕਿ ਨਹੀਂ ਯਾਰ, ਜੋ ਹੋ ਗਿਆ ਪਿਛਲੇ ਸਦੀਆਂ ਸਾਲਾਂ ਵਿੱਚ, ਅੱਜ ਇਹ ਗੱਲ ਇੱਥੇ ਉੱਠੀ ਹੈ ਕਿਸੇ ਭਾਈਚਾਰੇ ਨਾਲ, ਸਾਡੇ ਕਿਸੇ ਭਰਾ ਨਾਲ ਇਹ ਗੱਲ ਨਹੀਂ ਹੋਣੀ ਚਾਹੀਦੀ। ਤਾਂ ਅੱਜ ਅਸੀਂ ਇਨਸਾਨ ਬਣ ਜਾਈਏ ਤੇ ਇਸ ਕਰਕੇ ਅੱਜ ਅਸੀਂ ਇਹ ਚੀਜ਼ਾਂ ਕੰਟਰੀ ਬੈਠੇ ਹਾਂ, ਬਰਾਬਰਤਾ ਦੀ ਗੱਲ ਕਰੀਏ। ਜੇ ਉਹ ਅੱਜ ਵੀ ਨਹੀਂ ਕਰਦੇ ਤਾਂ ਇਟ ਮੀਨਸ ਕਿ ਉਹ ਆਪਣੀ ਅੱਜ ਵੀ ਉਹ ਜਾਤ ਪਾਤ ਜਿਹੜੀ ਗੱਲਬਾਤ ਹੈਗੀ ਉਹ ਕੰਟੀਨਿਊ ਇਸ ਚੀਜ਼ ਨੂੰ ਪ੍ਰੈਕਟਿਸ ਕਰਨਾ ਚਾਹੁੰਦੇ, ਕੰਟੀਨਿਊ ਕਰਨਾ ਚਾਹੁੰਦੇ ਆ। ਔਰ ਇਹ ਬੜੀ ਹੀ ਘਟੀਆ ਛੋਟੀ ਸੋਚ ਹੈ। ਸਾਡਾ ਨੈਕਸਟ ਕਾਲਰ ਕੁਝ ਪੁੱਛਣਾ ਚਾਹੁੰਦੇ ਨੇ ਰੇਡੀਓ ਇੰਡੀਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਾ ਸਾਹਿਬ। ਹਾਂਜੀ ਜਨਾਬ। ਮੈਂ ਦੇਖੋ ਸ਼ੁਰੂ ਚ ਤਾਂ ਸੁਣਿਆ ਨਹੀਂ, ਭਾਈ ਸਾਹਿਬ ਤੁਹਾਡੇ ਗੈਸਟ ਆਏ ਆ, ਨਾਂ ਤਾਂ ਨਹੀਂ ਜਾਣਦਾ ਹੋਣਾ। ਮਿਸਟਰ ਵਿਨੋਦ ਕੁਮਾਰ। ਅੱਛਾ ਅੱਛਾ। ਦੇਖੋ ਜਿਹੜੀ ਗੱਲਾਂ ਕਰ ਰਹੇ ਆ, ਇਹ ਕਰ ਰਹੇ ਵੀ ਦੇਖੋ ਦਲਿਤ ਭਾਈਚਾਰੇ ਨਾਲ ਜਿਹੜਾ ਹੈਗਾ ਰੇਸਿਜ਼ਮ ਜਿਹੜਾ ਕਹਿ ਸਕਦੇ ਆਪਾਂ ਇੱਥੇ ਫੋਰਨ ਦੀ ਲੈਂਗੁਏਜ ਕਹਿੰਦੇ ਆ ਵੀ ਉਹ ਨਹੀਂ ਹੋਣਾ ਚਾਹੀਦਾ। ਠੀਕ ਹੈ, ਅਸੀਂ ਵੀ ਕਹਿੰਦੇ ਹਾਂ ਜੀ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ, ਭਾਵੇਂ ਕਿਸੇ ਜਾਤੀ ਧਰਮ ਰੰਗ ਕੋਈ ਵੀ ਹੋਵੇ। ਪਰ ਜਦੋਂ ਤੁਸੀਂ ਆਪ ਹੀ ਉਹਨੂੰ ਬਾਰ-ਬਾਰ ਐਜ਼ ਅ ਟੂਲ ਯੂਜ਼ ਕਰੋ, ਇਹ ਮੈਂ ਕੇਸ ਰੈਫਰ ਕਰ ਰਿਹਾ ਕਿ ਜਿਹੜੀ ਇਹ ਗੱਲ ਕਰ ਰਹੇ ਆ, ਇਹ IT ਦੀ ਗੱਲ ਕਰ ਰਹੇ ਆ, ਇੱਕ ਗੱਲ ਕਰ ਰਹੇ ਹਿੰਦੂਆਂ ਬਾਰੇ, ਕਿਉਂਕਿ ਇਹਨਾਂ ਨੇ ਕਿਹਾ ਸਿੱਖਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ, ਮੁਸਲਮਾਨਾਂ ਨੂੰ ਕੋਈ ਪ੍ਰੋਬਲਮ ਨਹੀਂ, ਈਸਾਈਆਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਇਹਨਾਂ ਨੇ RSS ਸਿੰਘਾਂ ਦਾ ਨਾਂ ਲਿੱਤਾ, ਹਿੰਦੂਆਂ ਦਾ ਨਾਂ ਲਿੱਤਾ, ਫਿਰ ਉਹ ਚ ਕਹਿੰਦੇ ਜੀ ਸਾਰੇ ਨਹੀਂ ਹੈਗੇ, ਕੁਛ ਹੈਗੇ। ਚਲੋ ਠੀਕ ਹੈ। ਇਹ ਜਿਹੜੀ ਕੇਸ ਰੈਫਰ ਕਰ ਰਹੇ ਆ, ਇਹ ਕੇਸ ਹੋਇਆ ਸੀਗਾ USA ਦੇ ਵਿੱਚ, ਸਿਸਕੋ ਕੰਪਨੀ ਦੇ ਵਿੱਚ, ਜਿਹੜਾ ਕਿ US ਦੀ ਕੋਰਟ ਨੇ ਖਾਰਿਜ ਕਰ ਦਿੱਤਾ। 3 ਸਾਲ ਉਹਨਾਂ ਬੰਦਿਆਂ, 2 IT ਇੰਜੀਨੀਅਰ ਸੀਗੇ। ਹੋਇਆ ਕੀ ਸੀ, ਇੱਕ ਕੰਪਨੀ ਵਿੱਚ ਲੀਡਰਸ਼ਿਪ ਪੋਜੀਸ਼ਨ ਸੀਗੀਆਂ 3। ਇੱਕ ਬੰਦਾ ਸੀਗਾ ਜਿਹਦਾ ਨਾਂ ਸੀ ਜੋਨ ਡੋ ਕਰਕੇ, ਇਹ ਜਾਣਦੇ ਹੋਣਗੇ। ਉਹਨੇ ਜਦੋਂ ਇੱਕ ਪੋਜੀਸ਼ਨ ਦਿੱਤੀ ਗਈ, ਉਹ ਅਨਸੈਟਿਸਫਾਈਡ ਸੀਗਾ, ਕਿਉਂਕਿ ਜਿਹੜੀ ਉਹ ਪੋਜੀਸ਼ਨ ਚਾਹੁੰਦਾ ਸੀ ਉਹਦੇ ਵਾਸਤੇ ਉਹ ਐਲੀਜੀਬਲ ਨਹੀਂ ਸੀਗਾ, ਕੈਪੇਬਲ ਨਹੀਂ ਸੀ ਕਹਿ ਸਕਦੇ। ਤੇ ਉਹਨੇ ਬਾਅਦ ਚ ਇਹ ਵਾਲਾ ਪੱਤਾ ਖੇਡਿਆ ਵੀ ਮੈਨੂੰ ਮੇਰੀ ਜਾਤ ਦੇ ਆਧਾਰ ਤੇ ਜਾਂ ਮੇਰੇ ਕਾਸਟ ਦੇ ਆਧਾਰ ਦੇ ਉੱਤੇ ਮੇਰੇ ਨਾਲ ਏਦਾਂ ਦਾ ਵਿਤਕਰਾ ਹੋਇਆ ਤੇ ਮੈਨੂੰ ਉਹ ਪੋਜੀਸ਼ਨਾਂ ਨਹੀਂ ਮਿਲੀਆਂ, ਹੁਣ ਤੁਸੀਂ ਕਰ ਲਓ ਜੋ ਮੇਰਾ ਕਰ ਸਕਦੇ। ਇਹੀ ਟ੍ਰੈਂਡ ਭਾਰਤ ਵਿੱਚ ਚੱਲਦਾ ਆ ਰਿਹਾ ਤੇ ਅੱਜ ਵੀ ਚੱਲਦਾ। ਜਨਾਬ ਕਹਿੰਦੇ ਸੀ ਕਿ ਫਿਲਮ ਦੇਖੀ ਤੁਸੀਂ ਆਰਕਸ਼ਣ, ਉਹਦੇ ਵਿੱਚ ਏਦਾਂ ਦਿਖਾਇਆ ਗਿਆ। ਕਦੀ ਕਿਸੇ ਝੰਡਾ ਬਰਦਾਰ ਨੇ ਜਾਂ ਮਨੁੱਖੀ ਹੱਕਾਂ ਦੇ ਕਾਨੂੰਨ ਕਰਨ ਵਾਲੇ ਬਿੱਲ ਲੈ ਕੇ ਆਉਣ ਵਾਲੇ ਜਾਂ ਏਦਾਂ ਦੇ ਬਿੱਲ ਲੈ ਕੇ ਆਉਣ ਵਾਲੇ ਨੇ ਕਦੀ ਕਿਸੇ ਨੇ ਇਹ ਕਿਹਾ ਵੀ ਜਦੋਂ ਇੱਕ IAS ਜਿਹੜਾ ਪਿਛਲੀ ਜਾਤੀ ਦਾ ਦਲਿਤ ਕੈਟਾਗਰੀ ਦਾ ਹੈਗਾ, ਜਦੋਂ IAS ਬਣ ਜਾਂਦਾ ਸਦੀਆਂ ਤੱਕ ਉਹੀ ਉਹ ਜਿਹੜੀ ਇੱਕ ਰਿਜ਼ਰਵੇਸ਼ਨ ਦੀ ਉਹਨਾਂ ਨੂੰ ਮਿਲੀ ਹੋਈ ਹੈ, ਦਾਤ ਮਿਲੀ ਹੋਈ ਹੈ, ਉਹਦਾ ਯੂਜ਼ ਕਰੀ ਜਾ ਰਹੇ ਹੈ। ਉਹ ਰਿਚ ਵੀ ਹੋ ਗਏ, ਉਹ ਪੜ੍ਹ ਲਿਖ ਵੀ ਗਏ, ਉਹਨਾਂ ਕੋਲ ਵੈਲ ਸੈਟਲ ਵੀ ਹੋ ਗਏ, ਪ੍ਰਾਪਰਟੀਆਂ ਵੀ ਹੋ ਗਈਆਂ, ਸੁਸਾਇਟੀ ਜਿਹਨਾਂ ਦਾ ਨਾਂ ਵੀ ਬਣ ਗਿਆ, ਕਦੀ ਉਹ ਰਿਜ਼ਰਵੇਸ਼ਨ ਨਹੀਂ ਛੱਡਦੇ। ਚਲੋ ਅਸੀਂ ਉੱਥੋਂ ਅੱਜ ਵੀ ਯੂਜ਼ ਕਰੀ ਜਾ ਰਹੇ। ਦੇਖੋ ਕਾਲਰ ਸਾਹਿਬ, ਮੈਂ ਕਹਿੰਦਾ ਕਿ ਅਸੀਂ ਹੁਣ ਇੰਡੀਆ ਦਾ ਰਿਜ਼ਰਵੇਸ਼ਨ ਸਿਸਟਮ ਦਾ ਬਾਰੇ ਨਾ ਜ਼ਿਆਦਾ ਕਰੀਏ, ਆਪਾਂ ਇੱਥੋਂ ਵਾਲੀ ਗੱਲ ਕਰੀਏ ਕਿਉਂਕਿ ਇਹ ਉਹ ਚੀਜ਼ਾਂ ਇੱਥੇ ਕਾਊਂਟ ਨਹੀਂ ਹੋਣਗੀਆਂ। ਮੈਂ ਤਾਂ ਵਿਨੋਦ ਵੀ ਮੇਰੇ ਸਾਹਮਣੇ ਬੈਠੇ, ਮੈਨੂੰ ਪਤਾ ਹੈ ਕਿ ਕਿਉਂਕਿ ਇਹ ਬੜਾ ਔਖਾ ਹੋ ਜਾਏਗਾ ਖਾਸ ਕਰ ਵਿਦੇਸ਼ਾਂ ਦੇ ਵਿੱਚ ਵੀ ਕੌਣ ਕਿਹੜਾ ਕਿਹੜੀ ਕਾਸਟ ਦਾ, ਕਿਹੜਾ ਕਿਹੜੀ ਕਾਸਟ ਦਾ। ਮੈਂ ਤੁਹਾਨੂੰ ਤਾਂ ਕਰੈਕਟ ਕਰ ਰਿਹਾ, ਮੈਂ ਗਵਰਨਮੈਂਟ ਆਫ ਇੰਡੀਆ 'ਚ ਕੰਮ ਕੀਤਾ, ਤੁਸੀਂ ਹੈਰਾਨ ਹੋ ਜਾਓਗੇ ਵਿਨੋਦ ਜੀ ਤੇ ਕਾਲਰ ਸਾਹਿਬ ਤੁਸੀਂ ਵੀ। ਇੱਕ ਕਾਸਟ ਇੱਕ ਸਟੇਟ 'ਚ SC, ਉਹੀ ਕਾਸਟ ਦੂਜੀ ਸਟੇਟ 'ਚ ST, ਉਹ ਇੱਕ ਥਰਡ ਸਟੇਟ ਦੇ ਵਿੱਚ OBC ਹੈ, ਇੱਕ ਸਟੇਟ 'ਚ ਜਰਨਲ ਹੈ, ਤਿੰਨੋਂ ਰਿਸ਼ਤੇਦਾਰ ਨੇ। ਜਿਹੜਾ ਜਰਨਲ ਵਾਲਾ ਹੈ ਉਹ ਆਪਣੇ ਸਕੀ ਮਾਸੀ ਦੇ ਮੁੰਡੇ ਨੂੰ ਜਾਤੀ ਸੂਚਕ ਸ਼ਬਦ ਨਾਲ ਗੁੱਸੇ 'ਚ ਬੋਲ ਰਿਹਾ ਕਿਉਂਕਿ ਉਹ ਬੈਨੀਫਿਟ ਲਈ ਜਾ ਰਿਹਾ। ਜਦੋਂ ਇਹ ਸਾਰੇ ਡਿਫਰੈਂਟ ਸਟੇਟ 'ਚ ਜਨਮ ਕੇ ਡੋਮਿਸਾਈਲ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਇੱਕ ਛਿੰਬਾ ਭਾਈਚਾਰਾ ਜੇ ਤਾਂ ਪੰਜਾਬ 'ਚ ਪੈਦਾ ਹੋਇਆ OBC ਹੈ, ਅਦਰ ਬੈਕਵਰਡ ਕਲਾਸ, ਕਿਸੇ ਜ਼ਮਾਨੇ ਜਰਨਲ ਕਹਿੰਦੇ ਹੁੰਦੇ ਸੀ ਇਹਨਾਂ ਨੂੰ। ਜੇ ਉਹ ਵੈਸਟ ਬੰਗਾਲ 'ਚ ਪੈਦਾ ਹੋ ਜਾਂਦਾ ਤਾਂ SC ਹੈ, ਚਾਹੇ ਦੋਨੋਂ ਸਿੱਖ ਨੇ। ਇਹ ਬੜਾ ਟਿਪੀਕਲ ਮੈਥਡ ਹੈ, ਮੈਂ ਬਹੁਤ ਸਟੱਡੀ ਕੀਤਾ ਇਹਨਾਂ ਕੰਮਾਂ 'ਚ। ਜਦੋਂ ਸਾਰੇ ਲੋਕ ਇੱਥੇ ਵਿਦੇਸ਼ 'ਚ ਆ ਜਾਣਗੇ ਉਹ ਕਿਹੜੀ ਕੈਟੇਗਰੀ 'ਚ ਫਾਲ ਕਰਨਗੇ। ਹਾਂਜੀ, ਤੁਸੀਂ ਕੋਈ ਹੋਰ ਸਵਾਲ ਪੁੱਛਣਾ ਕਾਲਰ ਸਾਹਿਬ? ਮੈਂ ਤਾਂ ਜੀ ਇੱਥੋਂ ਦੇ ਮੁਤਾਲਕ ਪੁੱਛੋ, ਇੱਥੋਂ ਦੇ ਮੁਤਾਲਕ। ਹਾਂਜੀ, ਇੱਥੋਂ ਦੇ ਮੁਤਾਲਕ ਇਹੀ ਹੈ ਵੀ ਇੱਥੇ ਇਸ ਚੀਜ਼ ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਆਪਣੇ ਪਰਸਨਲ ਗੇਨ ਵਾਸਤੇ। ਇਹ ਚੀਜ਼ਾਂ ਲੈ ਕੇ ਆਈਆਂ ਜਾ ਰਹੀਆਂ। ਜੇ ਤੁਸੀਂ ਇਨਕੰਪੀਟੈਂਟ ਜਾਂ ਇਨਐਕਸਪੀਰੀਅੰਸਡ ਹੋ, ਇਨਕੈਪੇਬਲ ਹੋ ਕਿਸੇ ਪਰਟੀਕੁਲਰ ਜੌਬ ਵਾਸਤੇ, ਜੇ ਤੁਹਾਨੂੰ ਨਹੀਂ ਮਿਲਦੀ ਤੁਸੀਂ ਫਿਰ ਉਹੀ ਦਲਿਤ ਕਾਰਡ ਖੇਡਦੇ ਹੋ
ਉਸ ਚੀਜ਼ ਨੂੰ ਤੁਸੀਂ ਲੈ ਕੇ ਆ ਰਹੇ ਹੋ ਉੱਥੇ, ਹੋਰ ਕੁਛ ਨਹੀਂ ਹੈ। ਸ਼ੁਕਰੀਆ ਜਨਾਬ, ਧੰਨਵਾਦ। ਇਹਨਾਂ ਦੇ ਸਵਾਲ ਦੇ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਚੀਜ਼ ਪੁੱਛਣੀ ਚਾਹਾਂਗਾ। ਜਿਹੜੇ ਮਿਸਟਰ ਅਜੇ ਬਾਂਗਾ ਨੇ, ਜਿਹੜੇ ਮਾਸਟਰ ਕਾਰਡ ਦੇ ਚੀਫ CEO ਵੀ ਰਹੇ ਨੇ, ਉਹ ਵੀ ਕੋਈ ਹਾਇਰ ਅਪਰ ਕਾਸਟ ਦੇ ਨਹੀਂ ਜਨਾਬ, ਉਹ ਵੀ ਸ਼ਾਇਦ ਸੈਣੀ ਭਾਈਚਾਰੇ ਚੋਂ ਨੇ, ਜਿਹਨੂੰ ਪੰਜਾਬ 'ਚ OBC ਸਟੇਟਸ ਦਿੱਤਾ ਗਿਆ। ਜਿਹੜੇ ਸਾਊਥ ਇੰਡੀਅਨ CEO ਨੇ, ਜੇ ਦੇਖਿਆ ਜਾਵੇ ਤਾਂ ਸਾਰੇ ਅਪਰ ਕਲਾਸ ਬ੍ਰਾਹਮਣ ਨਹੀਂ ਹੋਣਗੇ। ਸਾਊਥ ਵਿੱਚ 90% ਪੀਪਲ ਰਿਜ਼ਰਵੇਸ਼ਨ ਤੇ ਫਾਲ ਕਰਦੇ ਨੇ, ਔਰ ਬਹੁਤ ਸਾਰੇ ਸਾਊਥ ਇੰਡੀਅਨ ਜਿਹੜੇ ਇੱਥੇ ਵੀ ਆਏ ਨੇ, ਉਹਨਾਂ ਦੇ ਲਾਸਟ ਨੇਮ ਤੋਂ ਤੁਸੀਂ ਜੱਜ ਨਹੀਂ ਕਰ ਸਕਦੇ ਕਿ ਉਹ ਕਿਹੜੀ ਕਾਸਟ ਦੇ ਨੇ। ਖਾਸ ਕਰ ਮੈਂ ਮਹਾਰਾਸ਼ਟਰ ਦੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ, ਪਾਟਿਲ। ਹੁਣ ਪਾਟਿਲ ਹਰੇਕ ਭਾਈਚਾਰੇ 'ਚ ਨੇ। ਇਹ ਨਹੀਂ ਕਿ ਉਹਨਾਂ ਨੇ ਉੱਦਾਂ ਲਿਖਾਇਆ, ਉਹ ਜਿਹੜੀ ਸਰਨੇਮ ਹੁੰਦਾ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਕਾਸਟ ਨੂੰ ਰਿਪਰੈਜ਼ੈਂਟ ਕਰਦਾ। ਇਹਦੀਆਂ ਇਹ ਟਰੀਜ਼ ਹੁੰਦੇ ਨੇ, ਇਹਦੀਆਂ ਬ੍ਰਾਂਚਿਸ ਹੁੰਦੀਆਂ ਨੇ, ਇਹ ਸ਼ੁਰੂਆਤ ਕਈ ਕਾਰਨਾਂ ਨਾਲ ਹੁੰਦੀ ਹੈ। ਇਹਦੇ ਬਾਰੇ ਮੈਂ ਕਾਫੀ ਵਿਸਤਾਰ ਨਾਲ ਚਲੋ ਬੋਲ ਸਕਦਾ। ਤੁਸੀਂ ਖਾਸ ਕਰ ਮੈਂ ਇੰਡੀਅਨ ਰਿਜ਼ਰਵੇਸ਼ਨ ਬਾਰੇ ਨਾ ਹੀ ਸਵਾਲ ਦਾ ਜਵਾਬ ਦਿਓ, ਰਹਿਣ ਦਿਓ, ਜੋ ਹੈ ਸੋ ਹੈ। ਇਹਦਾ ਇਹ ਕਾਲਰ ਕਹਿੰਦੇ ਕੋਈ ਖਦਸ਼ਾ ਹੈ ਜਾਂ ਇਹਨਾਂ ਨੇ ਤੁਹਾਡੇ ਤੇ ਗੱਲ ਪਈ ਕਿ ਤੁਸੀਂ ਕਿਸੇ ਤੁਹਾਨੂੰ ਕੋਈ ਖਾਸ ਫਾਇਦਾ ਹੋ ਰਿਹਾ, ਕੋਈ ਖਾਸ ਫਾਇਦਾ ਹੋ ਰਿਹਾ ਇਸ ਮਤਲਬ? ਦੇਖੋ ਜੀ, ਇਹਦਾ ਕਿਸੇ ਨੂੰ ਕੋਈ ਖਾਸ ਫਾਇਦਾ ਨਹੀਂ ਹੋ ਰਿਹਾ। ਫਿਰ ਕਿ ਚੇਂਜਸ ਬੜੀਆਂ, ਜਦੋਂ ਕੋਈ ਚੇਂਜ ਕਰਦੇ ਨਾ, ਉਹ ਬਹੁਤ ਮੁਸ਼ਕਿਲ ਹੈ। ਮੈਂ ਥੋੜਾ ਜਿਹਾ ਇੱਕ ਐਡਰੈਸ ਕਰਨਾ ਚਾਹਾਂਗਾ ਕਿ ਜਦੋਂ ਬਾਬਾ ਸਾਹਿਬ ਭੀਮ ਅੰਬੇਡਕਰ ਜੀ ਨੇ ਇੰਡੀਆ ਵਿੱਚ ਹਿੰਦੂ ਕੋਡ ਬਿੱਲ ਲੈ ਕੇ ਆਂਦਾ, ਉਹਨਾਂ ਨੂੰ ਕਿੰਨਾ ਸਾਹਮਣਾ ਕਰਨਾ ਪਿਆ। ਇੱਕ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਬੱਚੇ, ਕੁੜੀਆਂ ਨੂੰ ਇੱਕ ਇੰਪਾਵਰਮੈਂਟ ਦੇਣ ਵਾਸਤੇ, ਉਹਨਾਂ ਨੂੰ ਇੱਕ ਬਰਾਬਰਤਾ ਦਾ ਅਧਿਕਾਰ ਦੇਣ ਵਾਸਤੇ, ਕਿਹਨਾਂ ਨੇ ਉਹਨੂੰ ਉਸ ਚੀਜ਼ ਨੂੰ ਹਾਰਡ ਟਾਈਮ ਦਿੱਤਾ। ਇੱਕ ਬੜਾ ਵਧੀਆ ਇੱਕ ਐਗਜ਼ਾਮਪਲ ਹੈ। ਔਰ ਅੱਜ ਅਗਰ ਅਸੀਂ ਇੰਡੀਆ ਵਿੱਚ ਉਹ ਚੇਂਜ ਦਾ ਅਸੀਂ ਰਿਜ਼ਲਟ ਦੇਖ ਰਹੇ ਹਾਂ ਕਿ ਸਾਡੀਆਂ ਜੋ ਲੇਡੀਜ਼, ਜੋ ਵੂਮਨਸ ਆ ਉੱਥੇ ਹਨ, ਉਹ ਕਿਸ ਤਰ੍ਹਾਂ ਇੱਕ ਮੋਢੇ ਨਾਲ ਮੋਢਾ ਲਾ ਕੇ ਤਾਂ ਕਿਸ ਤਰ੍ਹਾਂ ਉਹ ਕੰਮ ਕਰਦੀਆਂ ਹਨ, ਔਰ ਕਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਬਣ ਚੁੱਕੀਆਂ ਹਨ, ਚੀਫ ਮਿਨਿਸਟਰ ਬਣ ਚੁੱਕੀਆਂ ਹਨ, ਈਵਨ ਉੱਪਰ ਸੈਟੇਲਾਈਟ ਤੱਕ ਵੀ ਜਾ ਚੁੱਕੀਆਂ ਹਨ, ਜਿਨ੍ਹਾਂ ਨੂੰ ਬਰਾਬਰਤਾ ਦੇ ਪੂਰੇ ਅਧਿਕਾਰ ਮਿਲੇ ਹਨ। ਕੁਝ ਚੀਜ਼ਾਂ ਹੈਗੀਆਂ ਆਪਣੇ, ਕੁਝ ਨਾ ਇੱਕ ਚੇਂਜਸ ਨੂੰ ਦੇਖ ਕੇ ਜੋ ਪਾਸਟ ਵਿੱਚ ਉਹਦਾ ਕੀ ਇੰਪੈਕਟ ਹੋਇਆ, ਸਾਨੂੰ ਕੁਝ ਲਰਨ ਕਰਨਾ ਚਾਹੀਦਾ ਹੈ ਕਿ ਇਹ ਜਿਹੜੀ ਬਰਾਬਰਤਾ ਹੈ, ਇਸ ਤੋਂ ਆਉਣਾ ਬੜਾ ਜ਼ਰੂਰੀ ਹੈ, ਤਾਂ ਜੋ ਕਿ ਕੋਈ ਬੰਦਾ ਵੀ ਆਪਣੇ ਆਪ 'ਚ ਇੱਕ ਇਨਫੀਰੀਅਰ ਕੰਪਲੈਕਸ ਰੱਖ ਕੇ ਉਸੇ ਚੀਜ਼ ਨੂੰ ਆਪਸ 'ਚ ਅੰਦਰ ਨਾ ਘੁੱਟਦਾ ਰਹੇ। ਠੀਕ ਹੈ, ਇਸ ਕਰਕੇ ਉਹਨੂੰ ਦੇਖ ਕੇ ਸੋਚੋ ਵੀ ਉਹ ਚੀਜ਼ ਜੇ ਕੁਝ ਸਰਟਨ ਕਮਿਊਨਿਟੀ ਚਾਹੁੰਦੀ ਤਾਂ ਉਹ ਕਦੀ ਹੋਣੀਆਂ ਨਹੀਂ ਸੀ। ਜੇ ਬਾਬਾ ਸਾਹਿਬ ਉਹ ਚੀਜ਼ ਨੂੰ ਨਹੀਂ ਕਰਦੇ, ਹਿੰਦੂ ਕੋਡ ਬਿੱਲ ਨਾ ਲੈ ਕੇ ਆਉਂਦੇ, ਤਾਂ ਅੱਜ ਇੰਡੀਆ ਵਿੱਚ ਜਿਹੜੀ ਹੋਣੀ ਸੀ ਇੱਕ ਔਰਤ ਦੀ ਜਿਹੜੀ ਜੋ ਵਿਵਸਥਾ ਹੋਣੀ ਸੀ, ਉਹ ਕੀ ਹੋਣੀ ਸੀ। ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਸਾਡੀਆਂ ਇੰਡੀਆ ਦੀ ਜਿੰਨੀ ਵੂਮਨਸ ਹੈਗੀਆਂ, ਉਹਨਾਂ ਨੂੰ ਇੱਕ ਵਾਰ ਹਿੰਦੂ ਕੋਡ ਬਿੱਲ ਪੜ੍ਹ ਲੈਣਾ ਚਾਹੀਦਾ ਹੈ, ਤੇ ਉਹਨੂੰ ਅਪੋਜ਼ ਕਰਨ ਵਾਲੇ ਕੌਣ ਸਨ ਤੇ ਉਹ ਕਿੰਨੇ ਡਰਾਮੇ ਕੀਤੇ ਉਹਨਾਂ ਨੇ ਉਸ ਟਾਈਮ। ਫਿਰ ਵੀ ਬਾਬਾ ਸਾਹਿਬ ਨੇ ਇੱਕ ਔਰਤ ਨੂੰ ਆਜ਼ਾਦੀ ਦਿਵਾਈ, ਉਹ ਪੜ੍ਹ ਲੈਣ ਤਾਂ ਜੋ ਕਿ ਉਹਨਾਂ ਨੂੰ ਥੋੜੀ ਜੀ ਇੱਕ ਨੌਲੇਜ ਤੇ ਥੋੜੀ ਜੀ ਮੋਟੀਵੇਸ਼ਨ ਮਿਲ ਜਾਵੇ ਵੀ ਜਿਹੜੀ ਚੇਂਜ ਹੋਣੀ ਹੈ ਉਹਨਾਂ ਕਿੰਨਾ ਇੰਪੈਕਟ ਪੈਂਦਾ। ਬਿਲਕੁਲ, ਤੁਸੀਂ ਬਿਲਕੁਲ ਸਹੀ ਕਰ ਰਹੇ ਹੋ। ਅੱਜ ਕੱਲ੍ਹ ਜਿਹੜਾ ਸੁਪਰੀਮ ਕੋਰਟ ਨੇ ਵੀ UCC ਨੂੰ ਜਲਦੀ ਇੰਪਲੀਮੈਂਟ ਕਰਨ ਲਈ ਕੁਝ ਡਿਸੀਜਨ ਦਿੱਤੇ ਸੀ ਇਨ ਦਾ ਪਾਸਟ, ਉਹ ਡਾਕਟਰ ਭੀਮ ਰਾਓ ਅੰਬੇਦਕਰ ਦੀ ਰਿਕਮੈਂਡੇਸ਼ਨ ਹੀ ਸੀਗੀ ਉਸ ਵਕਤ ਕਿ ਸਾਰਾ ਸਭ ਇੱਕ ਹੋਣਾ ਚਾਹੀਦਾ, ਤੇ ਉਸ ਵਕਤ ਨਹਿਰੂ ਹੋਰਾਂ ਨੇ ਜਾਣਬੁੱਝ ਕੇ ਇਹਨੂੰ ਠੰਡੇ ਬਸਤੇ 'ਚ ਪਾ ਦਿੱਤਾ ਸੀ। ਸਵਾਲ ਇੱਕ ਬੜਾ ਅਹਿਮ ਹੈ। ਹੁਣ ਤੁਸੀਂ ਕੈਨੇਡਾ ਦੀ ਫੇਰੀ ਪਾਈ ਵਿਨੋਦ ਜੀ, ਤੁਸੀਂ ਇੱਥੋਂ ਦੀਆਂ ਸੰਸਥਾਵਾਂ ਨਾਲ ਮਿਲੇ, ਕਿ ਇੱਥੇ ਵੀ ਕੁਝ ਇਦਾਂ ਦਾ ਬਿੱਲ ਲਿਆਉਣ ਦੀ ਤਜਵੀਜ਼ ਹੈ? ਤੁਹਾਨੂੰ ਕੋਈ ਹੰਗਾਰਾ ਮਿਲਿਆ? ਬਸ ਇਹਦਾ ਜਵਾਬ ਦੇਣਾ, ਫਿਰ ਮੈਂ ਕਾਲਰ ਦੇ ਵਿਚਾਰ ਲਵਾਂਗਾ। ਹਾਂਜੀ ਚੀਮਾ ਸਾਹਿਬ, ਇਹ ਜਿਹੜਾ ਐਂਟੀ ਕਾਸਟ ਡਿਸਕ੍ਰਿਮੀਨੇਸ਼ਨ ਬਿੱਲ ਆ, ਇਹ ਆਹਿਸਤਾ ਆਹਿਸਤਾ ਇਹ ਸਾਰੇ ਪਾਸੇ ਇਹ ਜਿਹੜਾ ਹੈਗਾ ਵੀ ਸਪਰੈਡ ਹੋ ਰਿਹਾ ਹੈ, ਔਰ ਇਹ ਸਾਰੇ ਪਾਸੇ ਇਹ ਕਿਉਂ ਕੰਟਰੀ 'ਚ ਹੈ, ਇੱਥੇ ਵੀ ਇਹ ਡਾਊਨ ਦ ਰੋਡ ਆਏਗਾ। ਤੁਸੀਂ ਇਹਨੂੰ ਦੇਖੋਗੇ, ਕਿਉਂਕਿ ਇਹ ਅਸੀਂ ਜਿਹਨਾਂ ਕੰਟਰੀ ਵਿੱਚ ਹੈਗੇ ਹਾਂ, ਇੱਥੇ ਹਰ ਇੱਕ ਬੰਦੇ ਨਾਲ ਇਕੁਐਲਿਟੀ ਹੋਣੀ ਚਾਹੀਦੀ ਹੈ। ਕਿਸੇ ਬੰਦੇ ਨਾਲ ਵੀ ਕੋਈ ਕਿਸੇ ਤਰ੍ਹਾਂ ਦੇ ਕਿਸੇ ਬੇਸ ਤੇ ਵੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ। ਤੁਹਾਨੂੰ ਇੱਥੇ ਕਿਸੇ ਪੋਲੀਟੀਸ਼ੀਅਨ ਨੇ ਹੰਗਾਰਾ ਦਿੱਤਾ ਕਿ ਬਿੱਲ ਨੂੰ ਅੱਗੇ ਕਿਤੇ ਪ੍ਰੋਡਿਊਸ ਕੀਤਾ ਜਾਏਗਾ? ਕੋਈ ਪੋਲੀਟੀਸ਼ੀਅਨ ਤੁਹਾਡੇ ਨਾਲ ਤੁਰਿਆ? ਨਹੀਂ ਜੀ, ਅਸੀਂ ਤਾਂ ਇੱਥੇ ਅਸੀਂ ਤਾਂ ਅਮਰੀਕਾ ਤੇ ਰਹਿੰਦੇ ਹਾਂ, ਤੇ ਇੱਥੇ ਤਾਂ ਸਾਡਾ ਕਿਸੇ ਨਾਲ ਕੋਈ ਡਾਇਰੈਕਟ ਕੋਈ ਨਾ ਤੁਸੀਂ ਇਸ ਕਰਕੇ ਡਾਇਰੈਕਟਲੀ ਕਿਸੇ ਨਾਲ ਸ਼ੁਰੂ ਕੀਤਾ, ਤੇ ਨਾ ਹੀ ਅਸੀਂ ਕਰ ਸਕਦੇ ਹਾਂ, ਕਿਉਂਕਿ ਸਾਡਾ ਤਾਂ ਜਿਹੜਾ ਸੀਗਾ ਸਿੱਧੀ ਜਿਹੜੀ ਹੈਗੀ ਆ ਗੱਲਬਾਤ ਅਮਰੀਕਾ ਦੇ ਜਿਹੜੇ ਹੈਗੇ ਆ ਲਾਅ ਮੇਕਰਸ ਜਾਂ ਅਸੈਂਬਲੀਮੈਨ ਜਾਂ ਸੈਨੇਟਰ, ਉਹਨਾਂ ਦੇ ਨਾਲ ਇੱਥੇ ਅਸੀਂ ਕਿਸੇ ਨਾਲ ਕੋਈ ਗੱਲ ਕੀਤੀ।
ਕਿਉਂਕਿ ਜਿਨ੍ਹਾਂ ਲੋਕਾਂ ਨੇ ਤੁਹਾਡੇ ਹੱਕ 'ਚ ਸੋਸ਼ਲ ਮੀਡੀਆ 'ਚ ਪੋਸਟਾਂ ਪਾਈਆਂ ਸੀਗੀਆਂ ਉਹਦੇ 'ਚ ਜੋ ਭਾਸ਼ਾ ਲਿਖੀ ਸੀ ਜੋ ਤੁਸੀਂ ਕਹਿ ਰਹੇ ਹੋ ਉਹ ਤੋਂ ਬਿਲਕੁਲ ਵਿਪਰੀਤ ਸੀ। ਉਹਨਾਂ ਨੇ ਤਾਂ ਇਹੀ ਕਿਹਾ ਕਿ ਜਿਹੜੀ ਕਾਸਟ ਬੇਸ ਰਿਜ਼ਰਵੇਸ਼ਨ ਹੈ ਇਹ ਹਿੰਦੂਤਵਾ ਵਾਲਿਆਂ ਕਰਕੇ ਹੀ ਹੈ, ਬਾਕੀ ਲੋਕ ਤਾਂ ਸਾਰੇ ਤੁਹਾਡੀ ਸਪੋਰਟ ਕਰਦੇ ਨੇ। ਹਿੰਦੂਤਵਾ ਵਾਲੇ ਬੰਦੇ ਮੈਂ ਕਾਫੀ ਕੋਸ਼ਿਸ਼ ਕੀਤੀ, ਮੇਰੇ ਨਾਲ 에ਅਰ ਤੇ ਉਹਨਾਂ ਦਾ ਸੰਪਰਕ ਨਹੀਂ ਬਣਿਆ, ਮੈਂ ਉਹਨਾਂ ਨੂੰ ਟੈਕਸਟ ਵੀ ਭੇਜੇ, ਮੈਨੂੰ ਜਵਾਬ ਨਹੀਂ ਦਿੱਤੇ ਉਹਨਾਂ ਨੇ। ਠੀਕ ਹੈ ਜੀ, ਚਲੋ ਉਹਨਾਂ ਦੀ ਮਰਜ਼ੀ, ਨਹੀਂ ਦਿੱਤੇ। ਕਾਲਰ ਦੇ ਵਿਚਾਰ ਲੈ ਲੈਂਦੇ ਆ ਤੇ ਹੋਰ ਵੀ, ਕਿਉਂਕਿ ਤੁਸੀਂ ਮੈਨੂੰ ਪਤਾ ਕਿ ਅੱਜ ਤੁਹਾਡੀ 2 ਵਜੇ ਫਲਾਈਟ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਬਈ ਇਹ ਨਾ ਹੋਵੇ ਕਿ ਤੁਹਾਡੇ ਕੋਈ ਚੀਜ਼ਾਂ ਹੋਰ ਵੀ ਤੁਹਾਡੇ ਇੰਪੋਰਟੈਂਟ, ਤੁਹਾਡੇ ਕੋਲ ਬੜਾ ਹੈਕਟਿਕ ਸਕੈਜੂਲ ਸੀ ਤੁਹਾਡਾ, और तुसी इससे अपने एक दोस्त की मैरिज, अपने बेटे की मैरिज भी आए सी। हाँ जी, हैरी जी की कहना चाहते हो तुसी? मैं देखो ਆਪਾਂ ਜਦੋਂ ਗੱਲ ਕਰ ਰਹੇ ਹਾਂ ਆਪਣਾ ਤੁਹਾਡੇ ਗੈਸਟ ਸਾਹਿਬ ਰੈਫਰੈਂਸ ਦੇ ਰਹੇ ਆ ਬਾਰ-ਬਾਰ ਇੰਡੀਆ ਦੇ ਰਿਲੇਟਡ। ਡਾਕਟਰ ਭੀਮ ਰਾਵ ਸਾਹਿਬ ਦਾ ਰੈਫਰੈਂਸ ਦੇ ਰਹੇ ਆ, ਮਣੀਪੁਰ ਦਾ ਰੈਫਰੈਂਸ ਦਿੱਤਾ ਉਹਨਾਂ ਨੇ ਮੂਵੀਆਂ ਦਾ ਰੈਫਰੈਂਸ ਦਿੱਤਾ, ਪਰ ਹਰ ਪੁਆਇੰਟ ਦੇ ਵਿੱਚ ਰੈਫਰੈਂਸ ਇੰਡੀਆ ਦਾ ਹੀ ਦੇ ਰਹੇ ਆ। ਇਸੇ ਕਰਕੇ ਮੈਂ ਵੀ ਇੰਡੀਆ ਦੀ ਗੱਲ ਕਰ ਰਿਹਾ ਸੀ, ਸਾਨੂੰ ਇੰਡੀਆ ਦਾ ਰੈਫਰੈਂਸ ਦੇਣਾ ਹੀ ਪੈਣਾ ਕਿਉਂਕਿ ਇਹ ਪ੍ਰੋਬਲਮ ਉੱਥੋਂ ਹੀ ਸ਼ੁਰੂ ਹੋਈ ਹੈ। ਅੱਜ ਭਾਵੇਂ ਤੁਸੀਂ ਅੱਜ ਇੱਥੇ ਆ ਕੇ 2023 ਜਾਂ 2022 ਚ ਚੇਤਾ ਆ ਗਿਆ ਵੀ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ। ਇੰਨੇ ਸਾਲ ਅਸੀਂ ਇੱਥੇ ਰਹਿੰਦੇ ਹੋ ਗਏ, ਲੋਕਾਂ ਦੀ ਸੈਕੰਡ ਥਰਡ ਜਨਰੇਸ਼ਨ ਤੱਕ ਆ ਗਏ ਇੱਥੇ, ਤੇ ਕਦੀ ਕਿਸੇ ਨੇ ਇਹ ਨਹੀਂ ਕਿਹਾ ਵੀ ਸਾਡੇ ਨਾਲ ਇੱਥੇ ਕਾਸਟ ਡਿਸਕ੍ਰਿਮੀਨੇਸ਼ਨ ਹੋਇਆ। ਤੁਸੀਂ ਇੱਥੇ ਦੇਖ ਲਓ, ਜਿਹੜੇ ਆਪਾਂ ਗੱਲਾਂ ਕਰਦੇ ਹਾਂ ਸੰਘੀਆਂ ਦੀਆਂ ਜਾਂ ਕੀ ਭਾਰਤ ਦਾ ਪ੍ਰਧਾਨ ਮੰਤਰੀ ਜਨਰਲ ਕੈਟੇਗਰੀ ਤੋਂ ਹੈ, ਕਿ ਭਾਰਤ ਦੀ ਰਾਸ਼ਟਰਪਤੀ ਜਨਰਲ ਕੈਟੇਗਰੀ ਤੋਂ ਹੈ। ਮਣੀਪੁਰ ਦੀ ਇਹਨਾਂ ਨੇ ਗੱਲ ਕੀਤੀ, ਮਣੀਪੁਰ ਦੀ ਹਿੰਸਾ ਕਿਉਂ ਹੋਈ ਹੈ ਕਿ ਕੋਰਟ ਨੇ ਡਿਸੀਜਨ ਦਿੱਤਾ ਸੀ, ਬਰਾਬਰਤਾ ਵਾਲਾ ਡਿਸੀਜਨ ਦਿੱਤਾ ਸੀ ਵੀ ਸਾਰੇ ਵਾਸਤੇ ਬਰਾਬਰ ਹੋਵੇ। ਔਰ ਉਹਦੀ ਤਕਲੀਫ ਕਿੰਨੀ ਹੋਈ ਜਿਹੜੇ ਕਨਵਰਟ ਹੋ ਕੇ ਸਾਈ ਬਣੇ ਸੀਗੇ ਉਹਨਾਂ ਨੂੰ, ਕਿਉਂਕਿ ਸਾਡੇ ਵਾਲੇ ਅਧਿਕਾਰ ਕਿਸੇ ਹੋਰ ਨੂੰ ਨਹੀਂ ਮਿਲਣੇ ਚਾਹੀਦੇ। ਜੇ ਅੱਜ ਮੈਂ ਕਹਾਂ ਕਿ ਇਹ ਰਿਜ਼ਰਵੇਸ਼ਨ ਖਤਮ ਕਰ ਦੇਵੇ ਸਰਕਾਰ, ਇਹ ਹੱਥ 'ਚ ਖੜੇ ਹੋਣਗੇ? ਬਿਲਕੁਲ ਨਹੀਂ ਖੜੇ ਹੋਣਗੇ। ਬੀਮਾ ਕਾਰਕ ਕੋਰੇਗਾਂਵ ਦੀ ਹਿੰਸਾ ਕੀ ਸੀਗੀ? ਇਹੀ ਸੀਗੀ। ਜਿੱਥੇ ਦੀ ਗੱਲ ਹੈਗੀ ਹੈ ਰਿਜ਼ਰਵੇਸ਼ਨ ਦੀ, ਕਾਸਟਿਜ਼ਮ ਦੀ, ਮੈਂ ਬਾਰ-ਬਾਰ ਉਹੀ ਕਹਿੰਦਾ, ਤੁਸੀਂ ਸਿਰਫ ਇੱਕ ਪਰਟੀਕੂਲਰ ਸੈਕਟਰ ਨੂੰ ਟਾਰਗੇਟ ਕਰ ਰਹੇ ਹੋ ਕਿਉਂਕਿ ਅੱਜ ਤੁਸੀਂ ਉਹਦੇ ਅਗੇਂਸਟ ਹੈਗੇ ਹੋ। ਜੰਮੂ ਕਸ਼ਮੀਰ 'ਚ ਇੰਨਾ ਦਲਿਤਾਂ ਨਾਲ ਅੱਜ ਤੱਕ ਜਦ ਤੱਕ 360 ਨਹੀਂ ਹਟਿਆ ਤਦ ਤੱਕ ਉਹ ਹੁੰਦਾ ਰਿਹਾ ਅਤਿਆਚਾਰ, ਬੇਸਿਕ ਰਾਈਟਸ ਨਹੀਂ ਮਿਲੇ, ਕਦੀ ਕਿਸੇ ਨੇ ਚੂੰ ਕੀਤੀ, ਕੁਛ ਨਹੀਂ ਕੀਤੀ। ਪਾਰਟੀਸ਼ਨ ਦੇ ਟਾਈਮ ਤੁਸੀਂ ਦੇਖ ਲਓ, ਪਾਕਿਸਤਾਨ ਚਲੇ ਜਾਓ, ਕਿੰਨੇ ਦਲਿਤ ਪਾਕਿਸਤਾਨ 'ਚ ਗਏ ਸੀ, ਕੀ ਉਹਨਾਂ ਦੀ ਹਾਲਤ ਹੋਈ ਸੀ? ਕਿਸੇ ਨੇ ਆਵਾਜ਼ ਉਠਾਈ? ਨਹੀਂ ਉਠਾਈ। ਅੱਜ ਵੀ ਜਿਹੜੇ ਉੱਥੇ ਵੱਸਦੇ ਆ, ਜਿਹੜੇ ਇੱਥੇ ਰਹਿੰਦੇ ਆ, ਉਹਨਾਂ ਦੇ ਕੀ ਹਿਊਮਨ ਰਾਈਟਸ ਹੈਗੇ, ਉਹਨਾਂ ਨੂੰ ਫਿਕਰ ਹੈਗੀ? ਨਹੀਂ ਹੈਗੀ। ਕਦੀ ਇਹ ਜਾ ਕੇ ਵੀ ਨਹੀਂ ਆਏ ਹੋਣੇ ਉੱਥੇ, ਕਦੀ ਕਿਸੇ ਨੂੰ ਮਿਲੇ ਨਹੀਂ ਵੀ ਹੋਣੇ। ਬਟ ਹਾਂ, ਇੱਥੇ ਇਹਨਾਂ ਨੇ ਏਜੰਡਾ ਲੱਭ ਲਿਆ ਵੀ ਅਸੀਂ ਹਿੰਦੂਆਂ ਨੂੰ ਟਾਰਗੇਟ ਕਰਨਾ। ਇੱਥੇ ਤੁਸੀਂ ਦੇਖਿਆ ਵੀ ਕਿੰਨੇ ਮੰਦਰਾਂ ਵਿੱਚ, ਕਿੰਨੇ ਹੋਰ ਸੰਸਥਾਨਾਂ ਵਿੱਚ ਜਿਹੜੇ ਰਵਿਦਾਸੀਆ ਭਾਈਚਾਰੇ ਦੇ ਜਾਂ ਦਲਿਤ ਭਾਈਚਾਰੇ ਦੇ ਹੋਰ ਲੋਕੀ ਕੰਮ ਵੀ ਕਰ ਰਹੇ ਆ, ਉਹਨਾਂ ਨਾਲ ਆ ਕੇ ਮਿਲ ਬੈਠਦੇ ਵੀ ਆ, ਉਹਨਾਂ ਦੇ ਫੰਕਸ਼ਨਾਂ ਤੇ ਵੀ ਜਾਂਦੇ ਆ, ਰਿਲੇਸ਼ਨ ਵੀ ਹੈਗੇ ਆ। ਇਹ ਜਦੋਂ ਤੁਸੀਂ ਏਦਾਂ ਦੀ ਕੜੱਤਣ ਵਾਲੀ ਚੀਜ਼ਾਂ ਲੈ ਕੇ ਆਓਗੇ, ਓਬਵੀਅਸਲੀ ਸੋਸਾਇਟੀ 'ਚ ਡਿਵਾਈਡ ਕ੍ਰੀਏਟ ਕਰਨੀ ਹੈ, ਨਾ ਕਿ ਹਾਰਮਨੀ ਕ੍ਰੀਏਟ ਕਰਨੀ ਹੈ। ਤੁਸੀਂ ਸਿਰਫ ਇੱਕ ਐਗਜ਼ਾਮਪਲ ਨੂੰ ਲੈ ਕੇ ਤੁਸੀਂ ਐਡਾ ਵੱਡਾ ਹੂਆ ਬਣਾਤਾ ਉਹਨੂੰ, ਪੂਰੇ ਤੁਸੀਂ ਵਰਲਡ ਵਿੱਚ ਸ਼ੁਰੂ ਹੋ ਗਏ। ਮੈਜੋਰਿਟੀ ਕੀ ਦਿਖਾ ਰਹੀ ਹੈ ਤੁਹਾਨੂੰ? ਇੱਕ ਕੇਸ ਮੈਜੋਰਿਟੀ ਦਾ ਐਗਜ਼ਾਮਪਲ ਨਹੀਂ ਹੈਗਾ। ਔਰ ਇੱਕ ਕੇਸ ਜਿਹੜਾ ਹੋਇਆ ਸੀਗਾ, ਉਹ ਬਾਰ-ਬਾਰ ਉਹੀ ਦੱਸਿਆ ਕਿ ਜਿਹੜੀ IT ਕੰਪਨੀ ਸੀ ਉਸ ਜਿਹਨੂੰ ਪੋਜੀਸ਼ਨ ਨਹੀਂ ਮਿਲੀ ਤਾਂ ਉਹ ਬੰਦੇ ਨੇ ਆਪਣਾ ਕਾਰਡ ਖੇਲਿਆ। ਸਕੂਲਾਂ ਦਾ ਐਗਜ਼ਾਮਪਲ ਦਿੱਤਾ, ਸਕੂਲਾਂ 'ਚ ਬੱਚਿਆਂ ਨੂੰ ਕਾਸਟ ਡਿਸਕ੍ਰਿਮੀਨੇਸ਼ਨ। ਹਾਊ ਦਾ ਹੈਲ ਕਿ ਸਕੂਲ ਦਾ ਬੱਚਾ ਕਿਹੜਾ, ਹਾਈ ਸਕੂਲ ਦਾ ਬੱਚਾ, ਉਹਨੂੰ ਕੀ ਪਤਾ ਇੰਡੀਆ ਦੀ ਕਿੰਨੀਆਂ ਕਾਸਟਾਂ ਹੈਗੀਆਂ? ਹਾਊ ਦਾ ਹੈਲ ਹੀ ਨੋਜ਼। ਪੁੱਛਦੇ ਜਨਾਬ, ਤੁਹਾਡੇ ਸਵਾਲ ਸਾਰੇ ਜਿੰਨੇ ਵੀ ਸਵਾਲ ਨੇ ਤੁਹਾਡੇ ਜੋ ਵੀ ਖਰਚੇ ਨੇ ਪੁੱਛਦੇ ਜਨਾਬ, ਧੰਨਵਾਦ, ਸ਼ੁਕਰੀਆ। ਹਾਂਜੀ ਵਿਨੋਦ ਜੀ, ਜਵਾਬ ਦਿਓ ਜੀ ਹੁਣ ਸਪੈਸੀਫਿਕ ਜੋ ਵੀ ਇਹਨਾਂ ਨੇ ਪੁੱਛਿਆ ਜਵਾਬ ਤੁਸੀਂ ਦੇਣਾ। ਜਿਹੜੀ ਸਿਸਕੋ ਦੀ ਗੱਲ ਦੀ ਰੈਫਰੈਂਸ ਦੀ ਗੱਲ ਕਰ ਰਹੇ ਹੈਗੇ ਆ, ਜੇ ਉਹਨੂੰ ਸਟੱਡੀ ਕਰਨ ਇਹ ਤਾਂ ਅੱਜ ਸਿਸਕੋ ਨੇ ਆਪਣੀ ਕੰਪਨੀ ਵਿੱਚ ਜਿਹੜੀ ਆਪਣੀ ਪਾਲਿਸੀ ਬਣਾਈ ਹੈਗੀ ਆ, ਉਹਦੇ ਵਿੱਚ ਉਹਨਾਂ ਨੇ ਕਾਸਟ ਪ੍ਰੋਟੈਕਸ਼ਨ ਆਲਰੇਡੀ ਪਾ ਦਿੱਤੀ ਹੋਈ ਆ। ਦੇਖੋ, ਜਿਹੜੇ ਬੰਦੇ ਕੋਈ ਇੱਕ ਜਦੋਂ ਕੰਪਨੀ ਨਹੀਂ ਸੁਣਦੀ ਸਟੇਟ ਲੈਵਲ ਤੱਕ ਪਹੁੰਚ ਜਾਣ, ਉਹ ਬਲੂਨੀ ਨਹੀਂ ਹੁੰਦੇ। ਔਰ ਸਿਸਕੋ ਨੇ ਜਦੋਂ ਕੇਸ ਜਦੋਂ ਡਿਸਮਿਸ ਹੋਇਆ, ਉਹਦਾ ਇਹੀ ਐਕਸਕਿਊਜ਼ ਹੋਇਆ ਬਾਅਦ ਵਿੱਚ ਕਿ ਸਾਡੀ ਇਹ ਕੰਪਨੀ ਪਾਲਿਸੀ ਨਹੀਂ ਸੀ, ਅਵੇਅਰਨੈਸ ਨਹੀਂ ਸੀ, ਜਿਹਦੇ ਕਰਕੇ ਇਸ ਤਰ੍ਹਾਂ ਹੋ ਗਿਆ ਔਰ ਇਸ ਚੀਜ਼ ਨੂੰ ਡਿਸਮਿਸ ਹੋ ਗਿਆ। ਲੇਕਿਨ ਜਿਹੜੀ ਸਟੇਟ ਗੌਰਮੈਂਟ ਆ, ਉਹ ਅੱਜ ਵੀ ਜਿਹੜੀ ਸਿਸਕੋ ਕੰਪਨੀ ਉਹਦੇ ਅਗੇਂਸਟ ਅੱਜ ਵੀ ਉਹਨਾਂ ਦਾ ਕੇਸ ਚੱਲ ਰਿਹਾ ਹੈ ਇਸ ਦੇ ਲਈ। ਔਰ ਸਟੇਟ ਗੌਰਮੈਂਟ ਦੀ ਆਮ ਬੰਦਾ, ਤੁਹਾਡੇ ਮੇਰੇ ਵਰਗਾ ਬੰਦਾ ਤਾਂ ਨਹੀਂ ਸਮਝਦਾ ਵੀ ਸਾਡੀ ਕੋਈ ਰਿਸਪੌਂਸਿਬਿਲਿਟੀ ਜਾਂ ਲਾਇਬਿਲਿਟੀ ਹੈਗੀ ਹੈ ਕਿਸੇ ਦੇ ਪ੍ਰਤੀ, ਆਪਣੇ ਕਿਸੇ ਕੰਟਰੀ ਵਿੱਚ ਵੀ।
लेकिन जिस स्टेट की जिस कंट्री की रिस्पॉन्सिबिलिटी हैगी आ उन्हां दा मैं थोड़ा जिहा हुण टाइम घट रह गया मैं तुहानूं अपडेट दे दिंदा तां जो कि तुहानूं पता लग जाए भी वी आर नॉट द पीपल हू गोना डिसाइड अबाउट दिस थिंग फॉर देयर कंट्री they're gonna protect their own citizens and they're gonna protect everybody in in their state in the country. ਸੈਨੇਟਰ ਦੇ 40 ਸੈਨੇਟਰ ਆ ਕੈਲੀਫੋਰਨੀਆ ਦੇ ਵਿੱਚ ਜਿਹੜੀ ਪਹਿਲੀ ਜੁਡੀਸ਼ਰੀ ਮੀਟਿੰਗ ਹੋਈ ਸੀ 11 ਸੀ ਉਹ ਲੋਕ ਹੁੰਦੇ ਹਨ ਜਿਹੜੇ ਲਾ ਮੇਕਰਸ ਹੁੰਦੇ ਹਨ ਉਹ ਲਾ ਮੇਕਰਸ ਨੇ 11 ਨੇ ਤੁਹਾਡੀ ਮੇਰੀ ਗੱਲ ਨੂੰ ਰੱਖਿਆ ਸਾਈਡ ਤੇ ਬਿੱਲ ਨੂੰ ਪੜਿਆ ਕਿ ਇਹ ਕਿਸੇ ਬਿੱਲ ਨੂੰ ਕਿਸੇ ਵੀ ਨਹੀਂ ਅਗੇਂਸਟ ਨਹੀਂ ਹੈਗਾ ਇਹ ਪ੍ਰੋਟੈਕਟ ਕਰਦਾ ਹੈ ਜਿਹੜੀ ਕਿ ਅਵੇਅਰਨੈਸ ਹੁੰਦੀ ਹੈ ਤਾਂ ਇਹ ਪਾਸ ਹੋਣਾ ਚਾਹੀਦਾ ਯੂਨੈਨਿਮਸਲੀ ਪਾਸ ਹੋਇਆ I think they are more educated and more capable to make a decision like this. ਉਸ ਤੋਂ ਬਾਅਦ ਅਪਰੋਪਰੀਏਸ਼ਨ ਹੁੰਦੀ ਹੈ ਕਮੇਟੀ ਆਉਂਦੀ ਹੈ ਉਹਦੇ ਚ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਵੀ ਇਹ ਜਿਹੜਾ ਜਿਹਦੇ ਪਾਲਿਸੀ ਬਣਨੀ ਹੈ ਇਹਦਾ ਸਟੇਟ ਤੇ ਕਿੰਨਾ ਫਰਕ ਪੈਗਾ ਤਾਂ ਉਹਨਾਂ ਜਦੋਂ ਅਪਰੋਪਰੀਏਸ਼ਨ ਦੀ ਕਮੇਟੀ ਨੇ ਕਿੰਨਾ ਪੈਣਾ ਸੀ ਕਿੰਨਾ ਨਹੀਂ ਪੈਣਾ ਸੀ ਉਹਨਾਂ ਨੇ ਕਹਿਤਾ ਇਸ ਗੋਇੰ ਬੀ ਕਾਸਟਿੰਗ $0 ਟੂ ਦਾ ਸਟੇਟ ਫॉर ਦ ਬਜਟ ਉਸ ਤੋਂ ਬਾਅਦ ਸੈਨੇਟਰ ਦੇ 40 ਸੈਨੇਟਰਸ ਹੈ ਉਹਨਾਂ ਨੇ ਬਿੱਲ ਦੀ ਵੋਟਿੰਗ ਕਰਨੀ ਸੀ ਆਪਣੀ ਤਾਂ 40 ਸੈਨੇਟਰ ਵਿੱਚੋਂ ਅਸੀਂ ਉੱਥੇ ਸੀ ਤਾਂ 40 ਸੈਨੇਟਰ ਵਿੱਚੋਂ 35 ਉੱਥੇ ਅਵੇਲੇਬਲ ਸਨ 5 ਐਬਸੈਂਟ ਸਨ 40 ਵਿੱਚੋਂ 34 ਨੇ ਉਸ ਬਿੱਲ ਦੀ ਸਪੋਰਟ ਕੀਤੀ ਪਾਸ ਕੀਤਾ ਇੱਕ ਬੰਦਾ ਸੀ ਜਿਹਨੂੰ ਪੂਰੀ ਨੌਲੇਜ ਨਹੀਂ ਸੀ ਬਿੱਲ ਬਾਰੇ ਉਸ ਬੰਦੇ ਨੇ ਉਹਦਾ ਅਪੋਜ਼ ਕੀਤਾ ਜਸਟ ਥਿੰਕ ਅਬਾਊਟ ਆਊਟ ਆਫ 41 ਪਰਸਨ they are I think they are responsible people ਉਸ ਤੋਂ ਬਾਅਦ ਬਿੱਲ ਆਇਆ ਫਿਰ ਅਸੈਂਬਲੀ 'ਚ ਅਸੈਂਬਲੀ ਕੈਲੀਫੋਰਨੀਆ 'ਚ 80 ਅਸੈਂਬਲੀਮੈਨ ਹਨ ਔਰ ਜਿਹੜੇ ਕਿ ਉਹ ਨੁਮਾਇੰਦੇ ਹਨ ਚੁਣੇ ਹੋਏ ਲੋਕਾਂ ਦੇ ਤੁਹਾਡੇ ਮੇਰੇ ਵਰਗੇ ਲੋਕਾਂ ਦੇ ਨੁਮਾਇੰਦੇ ਚੁਣੇ ਹੋਏ ਹਨ ਔਰ ਉਹਦੇ 'ਚ ਸਿਰਫ ਅਸੀਂ ਨਹੀਂ ਇੰਡੀਅਨ ਨਹੀਂ ਉਹਦੇ 'ਚ ਸਾਰੇ ਤਰ੍ਹਾਂ ਦੇ ਲੋਕ ਹਨ ਉਸ ਬਿੱਲ ਵਿੱਚ ਜਦੋਂ ਉਹਦੀ ਪਹਿਲਾ ਸਟੈਪ ਹੋਇਆ ਹੈ ਜੁਡੀਸ਼ਰੀ ਕਮੇਟੀ ਦਾ ਡਿਸੀਜਨ ਆਇਆ ਹੈ ਅਸੀਂ ਚਾਹੁੰਦੇ ਸੀ ਇਹ ਐਕਸਪਲਿਸਿਟ ਕੈਟਾਗਰੀ ਬਣੇ ਜਿੱਦਾਂ ਰਿਲੀਜਨ ਕਲਰ ਰੇਸ ਸਭ ਕੁਝ ਹੁੰਦਾ ਹੈ ਉੱਦਾਂ ਬਣੇ ਲੇਕਿਨ ਫਿਰ ਵੀ ਕੁਝ ਬੰਦਿਆਂ ਨੇ ਇਸ ਨੂੰ ਡਾਇਲੂਟ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਐਨਸੈਸਟਰੀ ਵਿੱਚ ਪਵਾਤਾ ਲੇਕਿਨ ਐਨਸੈਸਟਰੀ ਵਿੱਚ ਜੇ ਆ ਵੀ ਗਿਆ ਹੈ ਜੁਡੀਸ਼ਰੀ ਦੇ 11 ਮੈਂਬਰਾਂ ਵਿੱਚੋਂ 10 ਮੈਂਬਰ ਉਦੋਂ ਪ੍ਰੈਜ਼ੈਂਟ ਸਨ 10 ਦੇ 10 ਨੇ ਉਹਨੂੰ ਯੂਨੈਨਿਮਸਲੀ ਪਾਸ ਕੀਤਾ ਔਰ ਉਹਨੂੰ ਐਨਸੈਸਟਰੀ 'ਚ ਪਾਤਾ ਲੇਕਿਨ ਐਨਸੈਸਟਰੀ ਦੇ ਅੰਡਰ ਵੀ ਜਿਹੜੀ ਕਾਸਟ ਆ ਹਾਊ ਦੈਟ ਕਾਸਟ ਵਰਕ ਵਾਟ ਇਜ਼ ਦਾ ਕਾਸਟ ਇਜ਼ ਉਹਨੂੰ ਇੱਕ ਉਹਦੀ ਪੂਰੀ ਡੈਫੀਨੇਸ਼ਨ ਆਪਣੇ ਥੱਲੇ ਪੈਰਾਗ੍ਰਾਫ ਵਿੱਚ ਲਿਖੀ ਆ ਉਹ ਵੀ ਇਸ ਲਾਈਕ ਜੇ ਅਸੀਂ 100% ਸਾਨੂੰ ਨਹੀਂ ਸਕਸੈਸ ਮਿਲੀ ਉਹਦੇ 'ਚ ਕਰਨ 'ਚ ਲੇਕਿਨ 85% ਕਵਰ ਹੈ ਲੇਕਿਨ ਪੀਪਲ ਕੰਪਨੀ ਪਾਲਿਸੀ ਬਣ ਗਈ ਆ ਲੋਕਾਂ ਨੂੰ ਐਜੂਕੇਟ ਕੀਤਾ ਜਾਏਗਾ ਕਿ ਕਾਸਟ ਕੀ ਆ ਲੋਕੀ ਕਿਸ ਤਰ੍ਹਾਂ ਇਹਨੂੰ ਡਿਸਕ੍ਰਿਮੀਨੇਟ ਕਰਦੇ ਲੋਕਾਂ ਨੂੰ ਤਾਂ ਇਹ ਮੈਂ ਤਾਂ ਤੁਹਾਨੂੰ ਐਕਸਪਲੇਨ ਕੀਤਾ ਹੈ ਕਿ ਇਹ ਕਿਸੇ ਦੇ ਪਰਸਨਲ ਫੀਲਿੰਗ ਦਾ ਤੇ ਕਿਸੇ ਦੇ ਆਪਣੀ ਪਰਸਨਲ ਜਿਹੜੀ ਇਮੋਸ਼ਨਲ ਜਿਹੜੀ ਹੈਗੀ ਆ ਕੋਈ ਆਪਣੇ ਰਿਲੀਜਨ ਦੇ ਪ੍ਰਤੀ ਹੈਗੀ ਆ ਜੇ ਕਿਸੇ ਉਹ ਨਹੀਂ ਇਸ ਚੀਜ਼ ਕੰਸੀਡਰ ਹੋਣੀ ਜਿਹੜੇ ਲੋਕੀ ਬਰਾਬਰਤਾ ਲਿਆਉਣਾ ਚਾਹੁੰਦੇ ਹਨ ਜਿਨ੍ਹਾਂ ਦੇ ਮੋਢਿਆਂ ਤੇ ਰਿਸਪੌਂਸਿਬਿਲਟੀ ਹੈਗੀ ਜਿਹੜੇ ਆਨਸਰੇਬਲ ਹਨ ਹੁਣ ਸਟੇਟ ਰਿਸਪੌਂਸਿਬਲ ਹੈ ਉਹਨਾਂ ਨੇ ਇਸ ਚੀਜ਼ ਨੂੰ ਲਾਅ ਦਾ ਬਣਾ ਕੇ ਆਪਣੇ ਹਰ ਇੱਕ ਇਨਸਾਨ ਨੂੰ ਪ੍ਰੋਟੈਕਟ ਕਰਨਾ ਹੈ ਪਰ ਇਹੀ ਇੱਕ ਇਨਸਾਨੀਅਤ ਹੋਣੀ ਚਾਹੀਦੀ ਹੈ ਕਿ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਾ ਹੋਵੇ ਥੈਂਕ ਯੂ ਜੀ ਵਿਨੋਦ ਜੀ ਵੈਸੇ ਬੜਾ ਤੁਸੀਂ ਆਈ ਓਪਨਰ ਬੜਾ ਹੀ ਸਵਾਲਾਂ ਦੇ ਵੀ ਜਵਾਬ ਤੇ ਦੇਖਿਆ ਜਾਵੇ ਤੇ ਕਈ ਗੱਲਾਂ ਨਵੀਆਂ ਕਹੀਆਂ ਜਿਹੜੀਆਂ ਆਮ ਤੌਰ ਤੇ ਸੋਸ਼ਲ ਮੀਡੀਆ ਦਾ ਪਲੇਟਫਾਰਮ ਕਈ ਵਾਰੀ ਮਿਸਗਾਈਡ ਕਰਦਾ ਮੈਂ ਤੁਹਾਨੂੰ ਲੱਗਦਾ ਹੁੰਦਾ ਕਈ ਵਾਰ ਕਿ ਤੁਹਾਡੇ ਉਹ ਸਪੋਰਟਰ ਨੇ ਉੱਤੋਂ ਤੁਹਾਡੇ ਨਾਲ ਨੇ ਲੇਕਿਨ ਉਹ ਏਜੰਡਾਧਾਰੀ ਨੇ ਉਹਨਾਂ ਦਾ ਇੱਕ ਅਲੱਗ ਏਜੰਡਾ ਮੈਂ ਹੀ ਉਹ ਏਜੰਡਾ ਡਿਸਕਸ ਨਹੀਂ ਕਰਨਾ ਚਾਹੁੰਦਾ ਆਪਣੇ ਇਸ ਪ੍ਰੋਗਰਾਮ 'ਚ ਉਹ ਹਮੇਸ਼ਾ ਪਾਰਟੀਕੂਲਰਲੀ ਉਹ ਕਿਸੇ ਹੋਰ ਵਰਗ ਨੂੰ ਜਾਣ-ਬੁੱਝ ਕੇ ਚੜਾਉਂਦੇ ਨੇ ਔਰ ਤੁਹਾਡੇ ਖਿਲਾਫ ਉਹਨਾਂ ਨੂੰ ਸੰਗਠਿਤ ਕਰਦੇ ਨੇ ਉਹਨਾਂ ਦਾ ਏਜੰਡਾ ਉਹਨਾਂ ਦਾ ਹਿਡਨ ਏਜੰਡਾ ਹੈ ਉਹ ਜਿਹੜੀ ਆਪਣੀਆਂ ਪੋਸਟ ਪਾ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਕੁਝ ਲਿਖ ਰਹੇ ਨੇ ਲੇਕਿਨ ਜਾਤ ਪਾਤ ਦਾ ਕੋਡ ਉਹਨਾਂ 'ਚ ਦੁਨੀਆ ਤੋਂ ਸਭ ਤੋਂ ਜ਼ਿਆਦਾ ਹੈ ਔਰ ਪਰਸਨਲੀ ਮੈਂ ਉਹਨਾਂ ਨਾਲ ਕਈ ਵਾਰੀ ਗੱਲਬਾਤ ਕਰਕੇ ਦੇਖੀ ਤਾਂ ਉਹ ਤਾਂ ਜਾਤ ਪਾਤ ਇਲਾਕਾਵਾਦ ਇੱਥੇ ਜੋ ਕੁਝ ਵੀ ਹੈ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਪਾਰਟੀਕੂਲਰਲੀ ਇੱਕ ਪਾਰਟੀਕੂਲਰ ਇਲਾਕੇ ਨਾਲ ਬੜੀ ਛੇੜੇ ਕਿ ਉਹ ਬੜੇ ਸਫਲ ਨੇ ਉਹਨਾਂ ਦੀਆਂ ਸ਼ਕਲਾਂ ਸੂਰਤਾਂ ਰੰਗ ਰੋਗ ਬੜਾ ਕਲੀਨ ਹੈ ਸਾਫ਼ ਹੈ ਉਹ ਤਿੱਖੇ ਨੇ ਉਹ ਚਲਾਕ ਨੇ ਇੱਦਾਂ ਦੀਆਂ ਗੱਲਾਂ ਵੀ ਕਰਦੇ ਨੇ ਮੈਂ ਬੜਾ ਹੈਰਾਨ ਹੁੰਦਾ ਵੀ ਇੱਦਾਂ ਦੀਆਂ ਗੱਲਾਂ ਕਿਉਂ ਕਰਦੇ ਨੇ ਔਰ ਜੌਬ ਵਿੱਚ ਇੱਥੇ ਕੈਨੇਡਾ 'ਚ ਇੱਕ ਹੋਰ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਹੈ ਜਿਹੜਾ ਮੈਂ ਤੁਹਾਨੂੰ ਸ਼ਾਇਦ ਪਹਿਲੀ ਵਾਰੀ ਦੱਸ ਰਿਹਾ ਇਲਾਕਾਵਾਰ ਤੁਸੀਂ ਕਿਤੇ ਮੈਟਰੀਮੋਨੀਅਲ ਦੇਖੋ
ਅਜੀਤ 'ਚ ਜਗਬਾਣੀ 'ਚ ਟ੍ਰਿਬਿਊਨ 'ਚ ਉੱਥੇ ਇਲਾਕਾਵਾਦ ਨਜ਼ਰ ਆਏਗਾ। ਕਾਸਟ ਘੱਟ ਤੇ ਇਲਾਕਾ ਜ਼ਿਆਦਾ, ਸਰਦਾਰਵਾਦ, ਜਗੀਰੂ ਸੋਚ, ਸਾਮੰਤਵਾਦੀ ਸੋਚ ਉਹ ਬਹੁਤ ਜ਼ਿਆਦਾ ਹੈ ਇੱਥੇ। ਵੈਸੇ ਇਸ ਵਿਸ਼ੇ ਤੇ ਮੈਂ ਖਾਸ ਕਰਕੇ ਜਿਹੜੀਆਂ ਸਬ ਕਾਸਟ, ਇਹ ਕਾਸਟ, ਭਾਰਤ ਦੀ ਰਿਜ਼ਰਵੇਸ਼ਨ ਸਿਸਟਮ, ਭਾਰਤ 'ਚ ਕਿਹੜਾ ਰਿਜ਼ਰਵ ਕਿਹੜਾ ਨਹੀਂ ਰਿਜ਼ਰਵ, ਵਿਦੇਸ਼ਾਂ ਦੇ ਵਿੱਚ ਨਾ ਬੜੀ ਕਨਫਿਊਜ਼ਨ ਹੈ ਕਈ ਲੋਕਾਂ ਨੂੰ। ਕਰਕੇ ਸਾਡੇ ਆਪਣੇ ਭਾਈਚਾਰੇ ਨੂੰ, ਮੇਰੇ ਭਾਈਚਾਰੇ ਨੂੰ ਬੜੀ ਕਨਫਿਊਜ਼ਨ ਹੈ। ਸਾਡੇ ਭਾਈਚਾਰੇ 'ਚ ਇਹ ਜਿਹੜੇ ਬੁੱਧੀਜੀਵੀ ਵਰਗ ਨੇ ਉਹ ਤਾਂ ਕਈ ਕੁਝ ਕਹਿੰਦੇ ਨੇ, ਉਹ ਪੁਰਾਣੀ ਵਰਨ ਪ੍ਰਣਾਲੀ ਨਾਲ ਗੱਲ ਕਰਦੇ ਨੇ। ਸ਼ਾਇਦ ਹੋ ਸਕਦਾ ਕਿ ਉਸ ਜ਼ਮਾਨੇ ਨੂੰ ਤੇ ਹੁਣ ਜ਼ਮਾਨੇ ਨੂੰ ਅਸੀਂ ਕੰਪੈਰੀਜ਼ਨ ਕਈ ਚੀਜ਼ਾਂ ਨੂੰ ਨਹੀਂ ਵੀ ਕਰ ਸਕਦੇ, ਪਰ ਇਹ ਏਰੀਆ ਵਾਈਜ਼ ਹੈ। ਇੱਥੇ ਡਿਟੇਲ 'ਚ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਰਹਾਂਗੇ, ਕਿਉਂਕਿ ਤੁਹਾਡੀ ਅੱਜ ਫਲਾਈਟ ਹੈ। ਤੁਸੀਂ ਸਾਡੇ ਸਟੂਡੀਓ 'ਚ ਸਪੈਸ਼ਲੀ ਅੱਜ ਦਰਸ਼ਨ ਦਿੱਤੇ ਜੀ। ਪਹਿਲਾਂ ਤਾਂ ਤੁਹਾਡਾ ਬੜਾ ਧੰਨਵਾਦ। ਅੰਤ 'ਚ ਸਾਡੇ ਸਰੋਤਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਮੈਂ ਆਪਣੇ ਸਾਰੇ ਭੈਣ ਭਰਾ ਸੁਣਨ ਵਾਲੇ ਸਰੋਤਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਹਰ ਇੱਕ ਇਨਸਾਨ ਡਿਫਰੈਂਟ ਹੈ, ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਹੈ। ਹਰ ਸਮਾਜ ਵਿੱਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਹਨ, ਲੇਕਿਨ ਜੋ ਅੱਜ ਦਾ ਦੌਰ ਹੈ, ਅਸੀਂ ਕਿਸੇ ਵੀ ਪਲੇਟਫਾਰਮ ਤੋਂ ਗੱਲ ਕਰਨੀ ਹੋਵੇ ਤਾਂ ਅਸੀਂ ਇੱਕ ਉਹ ਗੱਲ ਕਰ ਸਕਦੇ ਹਾਂ ਜਿਹੜਾ ਟਰੁੱਥ ਹੈ। ਅਸੀਂ ਇੱਦਾਂ ਦੀ ਕੋਈ ਮੈਨ ਮੇਡ ਆਰਟੀਫਿਸ਼ੀਅਲ ਗੱਲਾਂ ਨਹੀਂ ਕਰ ਸਕਦੇ ਜਿਹਦੇ ਨਾਲ ਕਿਸੇ ਇਨਸਾਨੀਅਤ ਨੂੰ ਡੈਮੇਜ ਹੁੰਦਾ ਹੋਵੇ। ਤੇ ਇਹੀ ਬੇਨਤੀ ਕਰਾਂਗੇ ਕਿ ਆਪਾਂ ਇੱਕ ਸੱਚੇ ਮਨ ਨਾਲ ਦੇਖੀਏ ਵੀ ਅਸੀਂ ਜੋ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਖਤਮ ਕਰਨਾ ਹੈ, ਔਰ ਅਸੀਂ ਫਿਊਚਰ ਦੀ ਆਉਣ ਵਾਲੀ ਜਨਰੇਸ਼ਨ ਹੈ, ਆਪਣੀਆਂ ਜਨਰੇਸ਼ਨ ਨੂੰ ਅਸੀਂ ਵਧੀਆ ਗਾਈਡ ਕਰ ਜਾਈਏ ਤਾਂ ਜੋ ਕਿ ਇਹ ਜਿਹੜਾ ਕੋਡ ਹੈ ਜਾਤ ਪਾਤ ਦਾ, ਇਹ ਪੂਰੀ ਦੁਨੀਆ 'ਚ ਖਤਮ ਹੋ ਜਾਵੇ। ਮੈਂ ਇਸ ਦੇ ਨਾਲ ਹੀ ਮੈਂ ਰਜ਼ਾ ਲੈਂਦਾ ਔਰ ਸਾਰੇ ਮੇਰੇ ਸੁਣਨੇ ਵਾਲੇ ਸਰੋਤਿਆਂ ਨੂੰ ਜੈ ਭੀਮ, ਜੈ ਭਾਰਤ, ਸਤਿ ਸ਼੍ਰੀ ਅਕਾਲ ਐਂਡ ਨਮਸਕਾਰ ਜੀ। ਸ਼ੁਕਰੀਆ ਜੀ, ਧੰਨਵਾਦ।